ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਚਿੱਠੀ ਦਾ ਜ਼ਿਕਰ ਅੱਜ ਹੋਇਆ ਤੇ ਉਹਨਾਂ ਨੇ ਜਿਵੇਂ ਕਿਹਾ ਕਿ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਕਿ ਕੱਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਨਸਾਫ ਸਾਨੂੰ ਸਰਕਾਰ ਤੋਂ ਇਨਸਾਫ ਮੰਗਣ ਦੀ ਲੋੜ ਨਹੀਂ, ਆਪਾਂ ਬਸ ਇਕੱਠੇ ਹੋ ਜਾਈਏ। ਕਹਿੰਦੇ ਫਿਰ ਜਿਹੜੀ ਤੁਹਾਡੇ ਕਹੇ ਤੇ ਅਸੀਂ ਉਹ ਸਜ਼ਾ ਮਾਫੀ ਦੀ ਜਿਹੜੀ ਅਪੀਲ ਪਾਈ ਹੋਈ ਸੀ 12 ਸਾਲ ਹੋ ਗਏ ਕੇਂਦਰ ਸਰਕਾਰ ਨੇ ਤਾਂ ਉਸ ਤੇ ਕੋਈ ਹਾਲੇ ਕੀਤਾ ਨਹੀਂ, ਕਹਿੰਦੇ ਉਹ ਫਿਰ ਵਾਪਸ ਹੀ ਲੈ ਲਓ। ਬਿਲकुल ਜਿਹੜਾ ਮਸਲਾ ਉਠਾਇਆ ਕਮਲਦੀਪ ਕੌਰ ਨੇ ਰਾਜੋਆਣਾ ਦੀ ਭੈਣ ਜੀ ਨੇ, ਇਹ ਮਸਲਾ ਬਿਲਕੁਲ ਅਸਲ 'ਚ ਤਾਂ ਇਹ ਮਸਲਾ ਜਿਹੜਾ ਹੈ ਉਹ ਜਥੇਦਾਰ ਸਾਹਿਬ ਨੇ ਹੀ ਉਠਾਇਆ ਕੱਲ, ਜਿਹੜਾ ਉਹਨਾਂ ਨੇ ਜਿਸ ਤਰ੍ਹਾਂ ਕੌਮ ਦੇ ਨਾਲ ਸੰਦੇਸ਼ ਦਿੱਤਾ, ਕੌਮ ਨੂੰ ਤਾਂ ਇਹ ਦੇ ਰਹੇ ਹੈਗੇ ਆ, ਅਪੀਲ ਕਰ ਰਹੇ ਹੈਗੇ ਆ ਕਿ ਉਹ ਜਿਹੜਾ ਹੈ ਕੋਈ ਕਿਸੇ ਉਮੀਦ ਨਾ ਰੱਖਣ, ਤੇ ਆਪ ਉਹਨਾਂ ਨੇ ਜੈਡ ਸਿਕਿਉਰਿਟੀ ਲਈ ਹੋਈ ਹੈ ਕਿ ਜਥੇਦਾਰ ਅਕਾਲ ਤਖਤ ਨੂੰ ਸਿਕਿਉਰਿਟੀ ਦੀ ਲੋੜ ਵੀ ਸੀਗੀ। ਇਹ ਸਾਰਾ ਕੁਝ ਜਿਹੜਾ ਹੈ ਉਹ ਉਹਨਾਂ ਦੇ ਬਿਆਨ ਦੇ ਜਾਨੀ ਕੱਲ ਉਹਨਾਂ ਨੇ ਭਾਵਨਾ ਪ੍ਰਗਟ ਕੀਤੀ, ਉਹਦੇ ਨਾਲ ਮੇਲ ਨਹੀਂ ਖਾਂਦਾ ਜਿੱਥੇ ਵੱਡੀ ਪ੍ਰੋਬਲਮ ਹੈਗੀ ਹੈ। ਲੋਕਾਂ ਨੂੰ ਇਹ ਵੀ ਲੱਗਦਾ ਕਿ ਇਹੀ ਕਹਿ ਗਏ ਹੁਣ ਕਿ ਹਾਲੇ ਸ਼੍ਰੋਮਣੀ ਕਮੇਟੀਆਂ ਇਲੈਕਸ਼ਨਾਂ ਨਾ ਕਰਾਓ, ਸਾਨੂੰ ਹੋਰ ਜਿਹੜਾ ਆ ਉਹ ਮੌਕਾ ਦਿਓ। ਉਹਨਾਂ ਦੇ ਬਿਆਨ ਦੇ ਵਿੱਚ ਇੱਕ ਜ਼ਰੂਰ ਰਹੀ ਹੈ, ਹੁਣ ਜਿਹੜੇ RSS ਦੇ ਮੁਖੀ ਨੇ ਉਹਨਾਂ ਦੇ ਜੇ ਬਿਆਨ ਆਉਂਦੇ ਰਹੇ, ਉਹਨਾਂ ਦੀ ਪੈੜ 'ਚ ਜਥੇਦਾਰ ਬਿਆਨ ਦਿੰਦੇ ਰਹੇ ਆ। ਸੋ ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਜਿਹੜੇ ਆ ਵਾਰ-ਵਾਰ ਜੇ ਬਿਆਨ ਦਿੰਦੇ ਆ, ਉਹਨਾਂ ਆਪਣਿਆਂ ਦੀ ਬਿਆਨਾਂ ਦੀ ਕਦੀ ਪੈਰਵਾਈ ਨਹੀਂ ਕਰਦੇ। ਇਸੇ ਤਰ੍ਹਾਂ ਜੋ ਉਹਨਾਂ ਨੇ ਕਿਹਾ ਕਿ ਬੱਚੇ ਵੱਧ ਪੈਦਾ ਕਰਨੇ ਚਾਹੀਦੇ ਆ, ਤਾਂ ਉਹਦੇ ਵਿੱਚ ਵੀ ਕੋਈ ਅੰਕੜਾ ਨਹੀਂ ਮੰਗਾਇਆ ਕਿ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਕੀ ਫਰਕ ਪਿਆ ਆ। ਤੇ ਅੱਜ ਵਾਲੇ ਜਿਹੜੇ ਜਥੇਦਾਰ ਨੇ ਇੰਨਾ ਫਰਕ ਕਿਉਂ? ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਬਿਆਨਬਾਜ਼ੀ ਜਿਹੜਾ ਕੱਦ ਉਹ ਸੀ ਤੇ ਅੱਜ ਉਹ ਚੀਜ਼ਾਂ ਨਹੀਂ ਦਿਖਦੀਆਂ। ਉਹਦਾ ਫਰਕ ਹੈ ਜੀ, ਇੱਕ ਸਾਨੂੰ ਇੱਥੇ ਸਮਝਣਾ ਪਏਗਾ ਸੁਰਿੰਦਰ ਸਿੰਘ ਜੀ ਕਿ ਜਿਹੜਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਉਹ ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਨਹੀਂ ਸੀ, ਉਹ ਜਥੇਦਾਰ ਇੱਕ ਮਿਸਲ ਦੇ ਸੀ। ਅਕਾਲ ਤਖਤ ਇੱਕ ਉਹ ਸੰਸਥਾ ਹੈ ਜਿਹਦਾ ਸੰਸਾਰ ਭਰ 'ਚ ਰਹਿੰਦੇ ਸਿੱਖਾਂ ਦੇ ਉੱਤੇ ਅਸਰ ਪੈਂਦਾ। ਦੁਨੀਆ ਭਰ 'ਚ ਜਿਹੜਾ ਵੀ ਸਿੱਖ ਹੈ ਉਸ ਨੂੰ ਉਹ ਹੁਕਮ ਦੀ ਤਾਮੀਲ ਕਰਨੀ ਚਾਹੀਦੀ ਹੈ, ਉਸ ਹੁਕਮ ਨੂੰ ਮੰਨਣਾ ਚਾਹੀਦਾ, ਇਹ ਮੰਨਿਆ ਨਾ ਆਪਾਂ। ਪਰ ਉਹ ਚੀਜ਼ਾਂ ਹੋ ਕਿਉਂ ਨਹੀਂ ਰਹੀਆਂ? ਉਹਦਾ ਅਸਰ ਕਿੱਥੇ ਖਤਮ ਹੋ ਗਿਆ? ਉਹ ਅਸਰ ਕਿਉਂ ਨਹੀਂ? ਦੇਖੋ, ਜਿਹੜੇ ਫੈਸਲੇ ਸਾਰੀ ਦੁਨੀਆ ਦੇ ਸਿੱਖਾਂ ਤੇ ਲਾਗੂ ਕਰਨਾ ਚਾਹੁੰਦੇ ਹੋ ਤੇ ਉਹ ਫੈਸਲੇ ਕਰਨ ਦੀ ਜਿਹੜੀ ਸ਼ਕਤੀ ਹੈ ਉਹਨੂੰ ਕੇਂਦਰਿਤ ਕੀਤਾ ਹੋਇਆ ਇੱਕ ਥਾਂ ਤੇ। ਜਦੋਂ ਤੁਸੀਂ ਆਪਣੀਆਂ ਮਨਮਰਜ਼ੀਆਂ ਕਰਦੇ ਹੋ ਤੇ ਉਹ ਸਿਰਫ ਆਪਣੇ ਹੁਕਮ ਬਣਾਉਣ ਵਾਸਤੇ ਸਾਰਾ ਕੁਝ ਲਾਗੂ ਕਰਦੇ ਹੋ। ਪਰ ਜੇ ਅੱਜ 2023 ਹੈ, ਜਿਸ ਤਰੀਕੇ ਨਾਲ ਹਾਲਾਤ ਚੱਲ ਰਹੇ ਨੇ ਕਿ ਡਾਕਟਰ ਸਾਹਿਬ ਜੇ 2053 ਜਾਂ 2063 ਦੀ ਗੱਲ ਕਰੋ ਕੀ ਹੋਏਗਾ ਉਦੋਂ? ਜੇ ਹਾਲਾਤ ਵੀ ਅੱਜ ਸੁਰਿੰਦਰ ਸਿੰਘ ਜਿਹੜੀ ਤੁਸੀਂ ਗੱਲ ਕੀਤੀ ਹੈ, ਬਦਲਾਅ ਕਿਵੇਂ ਹੋਏਗਾ, ਕਿਵੇਂ ਹੋ ਸਕਦਾ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਪੰਥ ਦੀ ਪਾਰਲੀਮੈਂਟ ਦਾ ਉਹ ਆਪਣੇ ਆਪ ਨੂੰ ਖਿਤਾਬ ਦਿੰਦੀ ਹੈ, ਜੋ ਪੰਥ ਦੀ ਪਾਰਲੀਮੈਂਟ ਹੈ, ਨਾ ਤਾਂ ਬਿਹੇਵੀਅਰ ਉਹਦਾ ਪਾਰਲੀਮੈਂਟ ਵਰਗਾ ਆ, ਉਹ ਤਾਂ ਇੱਥੋਂ ਤੱਕ ਹੱਥ ਖੜੇ ਕਰ ਗਈ ਹੈ ਕਿ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਚੈਨਲ ਨਹੀਂ ਚਲਾ ਸਕਦੇ, ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਡਾਕਟਰ ਸਾਹਿਬ ਉਧਰ ਗਦਰ 2 ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕਿ ਗੁਰਦੁਆਰਾ ਸਾਹਿਬ ਇੱਕ ਸ਼ੂਟਿੰਗ ਕੀਤੀ ਜਾਂਦੀ ਹੈ ਤੇ ਉਹ ਫਿਲਮ ਦੀ ਸ਼ੂਟਿੰਗ ਤੇ ਵਿਵਾਦ ਖੜਾ ਹੋਇਆ। ਸੋ ਇਹ ਉਹਨਾਂ ਦਾ ਡਾਇਰੈਕਟਰ ਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ? ਕਿਉਂਕਿ ਜੇ ਸਨੀ ਦਿਓਲ ਦੀ ਗੱਲ ਕਰੀਏ ਪੰਜਾਬੀ ਪਰਿਵਾਰ ਤੋਂ ਹੈ, ਘੱਟ ਤੋਂ ਘੱਟ ਉਹਨੂੰ ਤਾਂ ਇਹ ਸਭ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਸੀ। ਵੇਖੋ ਜੀ, ਜਿਹੜਾ ਇਹ ਗੱਲ ਗੁਰਚਰਨ ਸਿੰਘ ਕਿਸੇ ਹੱਦ ਤੱਕ ਗੱਲ ਠੀਕ ਹੈ, ਲੇਕਿਨ ਇਹਦੇ ਵਾਸਤੇ ਸਮੁੱਚੀ ਪਾਲਿਸੀ ਬਣਾਉਣ ਦੀ ਨੀਤੀ ਬਣਾਉਣ ਦੀ ਲੋੜ ਹੈ, ਕਿਉਂਕਿ ਸਿੱਖ ਪੰਥ ਦੇ ਸਿੱਖ ਸਿਧਾਂਤਾਂ ਦੇ ਮੁਤਾਬਕ ਕਈ ਸੀਨ ਫਿਲਮਾਏ ਜਾ ਸਕਦੇ ਆ, ਕਈ ਨਹੀਂ ਫਿਲਮਾਏ ਜਾ ਸਕਦੇ। ਜਿਨ੍ਹਾਂ ਨੂੰ ਐਡਰੈਸ ਕਰਨ ਵਾਸਤੇ ਜਿਹੜੇ ਮਾਹਰ ਹੈ ਉਹਨਾਂ ਦੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ। ਉਹ ਸ਼੍ਰੋਮਣੀ ਕਮੇਟੀ ਉਸ ਤਰ੍ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਇਸ ਵਾਸਤੇ ਮੈਨੂੰ ਲੱਗਦਾ ਕਿ ਸਮੁੱਚੇ ਤੌਰ ਤੇ ਕੋਈ ਸ਼੍ਰੋਮਣੀ ਕਮੇਟੀ ਨੂੰ ਜਾਂ ਅਕਾਲ ਤਖਤ ਨੂੰ ਇਹਦੇ ਤੇ ਕੋਈ ਇੱਕ ਪੈਨਲ ਬਣਾਉਣਾ ਚਾਹੀਦਾ ਜਿਹੜਾ ਇਹ ਪਹਿਲਾਂ ਨੀਤੀ ਬਣਾਵੇ ਕਿ ਕਿਹੜੇ ਸੀਨ ਨੇ ਜਿਹੜੇ ਫਿਲਮਾਏ ਜਾ ਸਕਦੇ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਦਾਵੇ। ਜੀ ਹਾਂ, ਅੱਜ ਨਜ਼ਰ ਭੈਣ ਕਮਲਦੀਪ ਕੌਰ ਰਾਜੋਆਣਾ ਦੀ ਉਹਨਾਂ ਦੀ ਚਿੱਠੀ ਤੇ ਪਏਗੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਜ਼ਿਕਰ 2012 ਦੀ ਉਹ ਚਿੱਠੀ ਦਾ ਵੀ ਕੀਤਾ ਹੈ, ਉਹ ਅਪੀਲ ਦਾ ਵੀ ਕੀਤਾ ਹੈ, ਜਿਸ 'ਚ SGPC ਵੱਲੋਂ ਅਪੀਲ ਕੀਤੀ ਜਾਂਦੀ ਹੈ ਕੇਂਦਰ ਸਰਕਾਰ ਨੂੰ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ
ਉਮਰ ਕੈਦ 'ਚ ਤਬਦੀਲ ਕਰ ਦਿੱਤੀ ਜਾਏ। ਹਾਲੇ ਕਿ ਉੱਥੇ ਜਿੱਥੇ ਪੈਂਡਿੰਗ ਪਈ ਹੈ। ਤੇ ਨਾਲ ਹੀ ਕੱਲ ਦੇ ਬਿਆਨਾਂ ਨੂੰ ਲੈ ਕੇ ਵੀ ਘੱਲੂਘਾਰਾ ਦੇ ਜਿਹੜਾ ਕੱਲ ਘੱਲੂਘਾਰਾ ਦਿਵਸ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਜਿਹੜੇ ਕੱਲ ਬਿਆਨ ਦਿੱਤੇ ਉਸ ਨੂੰ ਲੈ ਕੇ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਦਰਦ ਛਲਕਿਆ, ਉਸ ਤੇ ਜ਼ਿਕਰ ਕਰਾਂਗੇ। ਤੇ ਨਾਲ ਹੀ ਜ਼ਿਕਰ ਗਦਰ ਦੀ ਸ਼ੂਟਿੰਗ ਨੂੰ ਲੈ ਕੇ ਵੀ ਹੋਏਗਾ। ਗਦਰ ਪਾਰਟ 2 ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟਿੰਗ ਕੀਤੀ ਗਈ ਹੈ, ਉਹ ਫਿਰ ਇੱਕ ਵਾਰ ਹੁਣ ਵਿਵਾਦਾਂ ਦੇ ਘੇਰੇ 'ਚ ਹੈ। ਇਸ ਤੇ ਚਰਚਾ ਰਹੇਗੀ ਤੇ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਖੁਸ਼ਹਾਲ ਸਿੰਘ ਜੀ, 6 ਕਾਲਰ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਚਿੱਠੀ ਦਾ ਜ਼ਿਕਰ ਅੱਜ ਹੋਇਆ ਤੇ ਉਹਨਾਂ ਨੇ ਜਿਵੇਂ ਕਿਹਾ ਕਿ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਕਿ ਕੱਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਨਸਾਫ, ਸਾਨੂੰ ਸਰਕਾਰ ਤੋਂ ਇਨਸਾਫ ਮੰਗਣ ਦੀ ਲੋੜ ਨਹੀਂ, ਆਪਾਂ ਬਸ ਇਕੱਠੇ ਹੋ ਜਾਈਏ। ਕਹਿੰਦੇ ਫਿਰ ਜਿਹੜੀ ਤੁਹਾਡੇ ਕਹੇ ਤੇ ਅਸੀਂ ਉਹ ਸਜ਼ਾ ਮਾਫੀ ਦੀ ਜਿਹੜੀ ਅਪੀਲ ਪਾਈ ਹੋਈ ਸੀ 12 ਸਾਲ ਹੋ ਗਏ ਕੇਂਦਰ ਸਰਕਾਰ ਨੇ, ਤਾਂ ਉਸ ਤੇ ਕੋਈ ਹਾਲੇ ਕੀਤਾ ਨਹੀਂ। ਕਹਿੰਦੇ ਉਹ ਫਿਰ ਵਾਪਸ ਹੀ ਲੈ ਲਓ। ਤੇ ਨਾਲੇ ਉਹ ਜ਼ਿਕਰ ਕਰ ਜਾਂਦੇ ਨੇ ਕਿ ਹਾਂ ਵਿਆਹਾਂ 'ਚ ਜਾ ਕੇ ਹੁਕਮਰਾਨਾਂ ਦੇ ਲੱਡੂ ਤੇ ਉਸ ਤਰੀਕੇ ਦੇ ਭੰਗੜੇ ਪਾਓ ਤੇ ਉਹ Z+ ਸਿਕਿਉਰਟੀਆਂ ਦੀਆਂ ਮੌਜਾਂ ਮਾਣੋ ਜੀ। ਬਿਲਕੁਲ ਜਿਹੜਾ ਮਸਲਾ ਉਠਾਇਆ ਕਮਲਦੀਪ ਕੌਰ ਨੇ, ਰਾਜੋਆਣਾ ਦੀ ਭੈਣ ਜੀ ਨੇ, ਇਹ ਮਸਲਾ ਬਿਲਕੁਲ ਅਸਲ 'ਚ ਤਾਂ ਇਹ ਮਸਲਾ ਜਿਹੜਾ ਹੈ ਉਹ ਜਥੇਦਾਰ ਸਾਹਿਬ ਨੇ ਹੀ ਉਠਾਇਆ ਕੱਲ। ਜਿਹੜਾ ਉਹਨਾਂ ਨੇ ਜਿਸ ਤਰ੍ਹਾਂ ਕੌਮ ਦੇ ਨਾਲ ਸੰਦੇਸ਼ ਦਿੱਤਾ, ਜੋ ਉੱਥੇ ਉਹਨਾਂ ਨੇ ਮੁੱਦੇ ਉਠਾਏ, ਉਹ ਕਈ ਕਿਸਮ ਦੇ ਉਹਨਾਂ ਦੇ ਸਵਾਲ ਜਿਹੜੇ ਲੱਗਦੇ ਹੈ। ਕਿਉਂਕਿ ਜਿਸ ਤਰੀਕੇ ਨਾਲ ਜੇ ਕੌਮ ਨੂੰ ਤੁਸੀਂ ਇਹ ਅਪੀਲ ਕਰਨੀ ਹੈ ਕਿ ਉਹ ਕਿਸੇ ਹੱਕ ਜਿਹੜੇ ਆ ਸਰਕਾਰ ਤੋਂ ਇਨਸਾਫ ਦੀ ਉਮੀਦ ਨਾ ਰੱਖਣ, ਉਹ ਆਪਣੇ ਹਿਸਾਬ ਨਾਲ ਚੱਲਣ, ਤੇ ਤੁਹਾਡਾ ਕਿਰਦਾਰ ਜਥੇਦਾਰ ਸਾਹਿਬ ਨੇ ਵਕਤ ਤੇ ਬੜੇ ਬਿਆਨ ਦਿੰਦੇ ਰਹਿੰਦੇ ਆ। ਉਹ ਉਹਨਾਂ ਬਿਆਨਾਂ ਦੀ ਰੈਲੇਵੈਂਸ ਵੀ ਹੈਗੀ ਆ, ਬੜੇ ਸਤਿਕਾਰਯੋਗ ਉਹ ਪਦਵੀ ਤੇ ਬੈਠੇ ਆ, ਲੇਕਿਨ ਉਹਨਾਂ ਨੇ ਬਿਆਨ ਦੇਣ ਤੋਂ ਅੱਗੇ ਨਹੀਂ ਕੁਝ ਵੀ ਕਰਦੇ। ਬਿਆਨ ਦੇ ਦਿੰਦੇ ਆ, ਬਿਆਨ ਨੂੰ ਉਹ ਪਤਾ ਨਹੀਂ ਕਿਹੜੀਆਂ ਸਿਆਸੀ ਜਿਹੜੀਆਂ ਉਹਨਾਂ ਦੇ ਸਿਆਸੀ ਜਿਹੜੇ ਲੋਕ ਨੇ ਉਹਨਾਂ ਦੀਆਂ ਮਜਬੂਰੀਆਂ ਜਾਂ ਲੋੜਾਂ ਅਨੁਸਾਰ ਬਿਆਨ ਦਿੰਦੇ ਰਹਿੰਦੇ ਆ, ਲੇਕਿਨ ਉਹਨਾਂ ਦਾ ਜਿਹੜਾ ਪ੍ਰੈਕਟਿਸ ਹੈ ਉਹ ਬਿਆਨਾਂ ਨਾਲ ਮੇਲ ਨਹੀਂ ਖਾਂਦੇ ਜਿੱਥੇ ਪ੍ਰੋਬਲਮ ਆਉਂਦੀ ਆ। ਕਿਉਂਕਿ ਉਸ ਕੌਮ ਨੂੰ ਤਾਂ ਦੇ ਰਹੇ ਹੈਗੇ ਆ, ਅਪੀਲ ਕਰ ਰਹੇ ਹੈਗੇ ਆ ਕਿ ਉਹ ਜਿਹੜਾ ਆ ਕੋਈ ਕਿਸੇ ਉਮੀਦ ਨਾ ਰੱਖਣ, ਤੇ ਆਪ ਉਹਨਾਂ ਨੇ Z ਸਿਕਿਉਰਟੀ ਲਈ ਹੋਈ ਹੈ। Z ਸਿਕਿਉਰਟੀ ਜਿਹੜੇ ਹੁਕਮਰਾਨ ਦੀ ਲਈ ਹੋਈ ਹੈ, ਉਹਨਾਂ ਨੇ ਕਿਸ ਖਾਤੇ 'ਚ ਦਿੱਤੀ ਹੈ, ਕਿਸ ਜਿਹੜੇ ਹੈਗੇ ਆ ਅਹਿਸਾਨ ਕਰਕੇ ਉਹਨਾਂ ਨੇ Z ਸਿਕਿਉਰਟੀ ਦਿੱਤੀ ਹੈ। ਕੀ ਜਥੇਦਾਰ ਅਕਾਲ ਤਖਤ ਨੂੰ ਸਿਕਿਉਰਟੀ ਦੀ ਲੋੜ ਵੀ ਸੀਗੀ? ਇਹ ਸਾਰਾ ਕੁਝ ਜਿਹੜਾ ਆ ਉਹ ਉਹਨਾਂ ਦੇ ਬਿਆਨ ਦੇ ਜਿਹੜੀ ਕੱਲ ਉਹਨਾਂ ਨੇ ਭਾਵਨਾ ਪ੍ਰਗਟ ਕੀਤੀ ਉਹਦੇ ਨਾਲ ਮੇਲ ਨਹੀਂ ਖਾਂਦਾ ਜਿੱਥੇ ਵੱਡੀ ਪ੍ਰੋਬਲਮ ਹੈਗੀ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਹੋਰ ਵੀ ਇਸ਼ੂ ਤੇ ਆਵਾਜ਼ ਉਠਾਈ ਹੈਗੀ ਹੈ, ਉਹਦੇ ਵਿੱਚ ਜਿਹੜਾ ਆ ਜ਼ਿਕਰ ਕੀਤਾ ਹੈਗਾ, ਉਹਦੇ ਵਿੱਚ ਕਿ ਜਿਹੜੀ ਸ਼੍ਰੋਮਣੀ ਕਮੇਟੀ ਹਮੇਸ਼ਾ ਅਪੀਲ ਪਾਉਂਦੀ ਰਹੀ ਹੈ, ਹਰਿਆਣਾ ਕਮੇਟੀ ਤੋਂ ਪਹਿਲਾਂ ਵੀ, ਹਾਲੇ ਕੱਲ ਪਰਸੋਂ ਦੀ ਗੱਲ ਹੈ ਕਿ ਇੱਕ ਵਫਦ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਿਤ ਸ਼ਾਹ ਨੂੰ ਦਿੱਲੀ ਮਿਲ ਕੇ ਆਇਆ। ਹਾਲੇ ਮਿਲਣ ਦਾ ਉਹਨਾਂ ਦਾ ਕੋਈ ਏਜੰਡਾ ਵੀ ਉਹ ਸਾਨੂੰ ਦੱਸਿਆ ਨਹੀਂ ਕਿਸ ਏਜੰਡੇ ਤੇ। ਲੋਕਾਂ ਨੂੰ ਇਹ ਵੀ ਲੱਗਦਾ ਕਿ ਇਹੀ ਕਹਿ ਗਏ ਹੋਣੇ ਕਿ ਹਾਲੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਨਾ ਕਰਾਓ, ਸਾਨੂੰ ਹੋਰ ਜਿਹੜਾ ਆ ਉਹ ਮੌਕਾ ਦਿਓ, ਕਿਉਂਕਿ ਹਾਲੇ 12-13 ਸਾਲ ਹੋਏ ਆ, ਪਤਾ ਨਹੀਂ ਇੱਥੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਤਾਂ 17 ਸਾਲ 19 ਸਾਲ ਬਾਅਦ ਵੀ ਇਲੈਕਸ਼ਨਾਂ ਹੁੰਦੀਆਂ ਨੇ। ਸੋ ਸਾਰਾ ਕੁਛ ਹੈ, ਲੇਕਿਨ ਜਥੇਦਾਰ ਸਾਹਿਬ ਨੇ ਬਿਆਨ ਭਾਵੇਂ ਕਰਤਾਰਪੁਰ ਤੋਂ ਸ਼ੁਰੂ ਹੋਇਆ, ਜਦੋਂ ਉਹਨਾਂ ਦੀ ਜ਼ਿਆਦਾ ਜਿਹੜਾ ਉਹਨਾਂ ਦਾ ਜ਼ਿਕਰ ਹੋਣਾ ਸ਼ੁਰੂ ਹੋਇਆ, ਕਰਤਾਰਪੁਰ ਜਦੋਂ ਲਾਂਘਾ ਖੁੱਲਿਆ ਉਸ ਨੂੰ ਲੈ ਕੇ, ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਕਦੀ ਵੀ ਆਪਣੇ ਬਿਆਨ ਦੀ ਪੈਰਵਾਈ ਨਹੀਂ ਕੀਤੀ। ਉਸ ਤੋਂ ਬਾਅਦ 2-3 ਬਿਆਨ ਉਹਨਾਂ ਦੇ ਬੜੇ ਜ਼ਿਕਰਯੋਗ ਨੇ। ਜਦੋਂ ਉਹਨਾਂ ਦੇ ਬਿਆਨ ਦੇ ਵਿੱਚ ਇੱਕ ਜ਼ਰੂਰ ਰਹੀ ਹੈ, ਉਹ ਜਿਹੜੇ RSS ਦੇ ਮੁਖੀ ਨੇ ਉਹਨਾਂ ਦੇ ਜੇ ਬਿਆਨ ਆਉਂਦੇ ਰਹੇ, ਉਹਨਾਂ ਦੀ ਪੈੜ 'ਚ ਜਥੇਦਾਰ ਬਿਆਨ ਦਿੰਦੇ ਰਹੇ ਆ। ਜਦੋਂ ਉਹਨਾਂ ਨੇ ਕਿਹਾ ਹਿੰਦੂਆਂ ਦੀ ਜਿਹੜੀ ਆ ਸੰਖਿਆ ਘਟ ਰਹੀ ਆ, ਵੱਧ ਬੱਚੇ ਪੈਦਾ ਕਰਨੇ ਚਾਹੀਦੇ ਆ, ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹੀ। ਉਹਨਾਂ ਨੇ ਹਥਿਆਰਾਂ ਦੀ ਗੱਲ ਕੀਤੀ, ਜਥੇਦਾਰ ਸਾਹਿਬ ਨੇ ਵੀ ਗੱਲ ਕੀਤੀ। ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਈਸਾਈ ਜਿਹੜੇ ਵੱਧ ਰਹੇ ਆ, ਉਹਨਾਂ ਦੀ ਪਾਪੂਲੇਸ਼ਨ ਵੱਧ ਰਹੀ ਹੈ, ਜਥੇਦਾਰ ਸਾਹਿਬ ਨੇ ਵੀ ਇੱਕ ਜਿਹੜਾ ਜ਼ਿਕਰ ਕੀਤਾ। ਉਹ ਜਿਸ ਤਰ੍ਹਾਂ ਜਾਂ RSS ਦਾ ਏਜੰਡਾ ਆ ਕਿ ਉਹਨਾਂ ਨੂੰ ਵੀ ਠੀਕ ਨਹੀਂ ਲੱਗਦਾ ਕਿ ਮੁਸਲਮਾਨ ਭਾਈਚਾਰੇ ਦਾ ਜਿਹੜੀ ਗਿਣਤੀ ਵਧੇ। ਤੇ ਪਿਛਲੇ ਦਿਨਾਂ ਜਥੇਦਾਰ ਸਾਹਿਬ ਨੇ ਵੀ ਕਿਹਾ ਸੀਗਾ ਪੰਜਾਬ ਦੇ ਵਿੱਚ ਇੰਨੀਆਂ ਮਸੀਤਾਂ ਬਣ ਗਈਆਂ, ਇੰਨੇ ਜਿਹੜੇ ਆ ਭਾਈਚਾਰਾ ਜਿਹੜਾ ਉਹ ਆ ਰਿਹਾ ਹੈਗਾ। ਹਾਲਾਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਮੁਸਲਮਾਨ ਭਾਈਚਾਰਾ ਜਿਹੜਾ ਆ ਰਿਹਾ, ਉਹਨਾਂ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਸਾਰੇ ਦੇਸ਼ ਦੇ ਵਿੱਚੋਂ ਪੰਜਾਬ ਸੇਫ ਲੱਗਦਾ ਹੈਗਾ ਉਹਨਾਂ ਵਾਸਤੇ। ਤੇ ਜੇ ਕੋਈ ਉੱਥੇ ਗੁਰੂ ਨਾਨਕ ਦੀ ਧਰਤੀ ਤੇ ਸੇਫ ਸਮਝ ਕੇ ਆਉਂਦਾ ਹੈਗਾ ਆ,
ਤਾਂ ਜਥੇਦਾਰ ਸਾਹਿਬ ਨੇ ਉਸ ਤਰ੍ਹਾਂ ਦੇ ਕਮੈਂਟ ਹੈ ਜਿਹੜੇ ਸਰਬੱਤ ਦੇ ਭਲੇ 'ਚ ਦੇਣੇ ਚਾਹੀਦੇ ਆ, ਉਹਦੇ ਨਾਲ ਉਹਨਾਂ ਦਾ ਬਿਲਕੁਲ ਜਿਹੜਾ ਆ ਉਹ ਤੋਂ ਦੂਸਰੀ 90 ਡਿਗਰੀ ਤੇ ਉਲਟ ਜਾ ਕੇ ਖੜ ਜਾਂਦਾ ਹੈਗਾ ਸਾਰਾ ਕੁਝ। ਸੋ ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਜਿਹੜੇ ਆ ਵਾਰ-ਵਾਰ ਜੇ ਬਿਆਨ ਦਿੰਦੇ ਆ, ਉਹਨਾਂ ਆਪਣਿਆਂ ਦੀ ਬਿਆਨਾਂ ਦੀ ਕਦੀ ਪੈਰਵਾਈ ਨਹੀਂ ਕਰਦੇ। ਉਹਨਾਂ ਨੂੰ ਦੇਖਣਾ ਚਾਹੀਦਾ ਕਿ ਜਿਹੜਾ ਮੈਂ ਬਿਆਨ ਦਿੱਤਾ ਹੈਗਾ ਆ ਇਹ ਅਸਰ ਕਿੰਨਾ ਕੁ ਹੋਇਆ। ਕਿ ਜਦੋਂ ਹਥਿਆਰਾਂ ਦਾ ਬਿਆਨ ਦਿੱਤਾ ਕਿ ਹਥਿਆਰ ਖਰੀਦਣੇ ਚਾਹੀਦੇ ਆ ਲਾਇਸੈਂਸੀ, ਕਦੀ ਉਹਨਾਂ ਨੇ ਦੇਖਿਆ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਉਹਨਾਂ ਦੇ ਹੁਕਮ ਨੂੰ ਕਿਤੇ ਮੰਨਿਆ। ਕਿਸੇ ਨੇ ਉਸ ਤੋਂ ਬਾਅਦ ਹਥਿਆਰ ਦੇ ਲਾਇਸੈਂਸਾਂ ਵਾਸਤੇ ਅਪਲਾਈ ਕੀਤਾ, ਕਿੰਨਾ ਆਂਕੜਾ ਹੈ ਉਹਨਾਂ ਨੂੰ ਚਾਹੀਦਾ ਸੀਗਾ। ਇਸੇ ਤਰ੍ਹਾਂ ਜਦੋਂ ਉਹਨਾਂ ਨੇ ਕਿਹਾ ਕਿ ਬੱਚੇ ਵੱਧ ਪੈਦਾ ਕਰਨੇ ਚਾਹੀਦੇ ਆ, ਤਾਂ ਉਹਦੇ ਵਿੱਚ ਵੀ ਕੋਈ ਅੰਕੜਾ ਨਹੀਂ ਮੰਗਾਇਆ ਕਿ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਕੀ ਫਰਕ ਪਿਆ ਆ। ਤੋ ਪਿਛਲੇ ਦਿਨੀ ਉਹਨਾਂ ਨੇ ਬਿਆਨ ਦਿੱਤਾ, 1.5 ਸਾਲ ਪਹਿਲਾਂ ਬਿਆਨ ਦਿੱਤਾ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਨਵਾਂ ਚੈਨਲ ਲਾਉਣਾ ਚਾਹੀਦਾ ਤੇ ਇਹ ਚੈਨਲ ਬੰਦ ਕਰਨਾ ਚਾਹੀਦਾ ਇੱਥੇ ਪ੍ਰਸਾਰਣ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਕੁਛ ਨਹੀਂ ਹੋਇਆ, ਕਿਉਂਕਿ ਜਿਹੜਾ ਉਹ ਚੈਨਲ ਸੀ ਉਹਨਾਂ ਦੇ ਜਿਹੜਾ ਆ ਸਿਆਸੀ ਜਿਹੜੇ ਆਗੂ ਸੀਗੇ ਮਾਲਕ ਉਹਨਾਂ ਦਾ ਆ। ਇਸ ਕਰਕੇ ਡਾਕਟਰ ਸਾਹਿਬ ਇੱਕ ਚੀਜ਼, ਮੈਂ ਕੱਲ ਵੀ ਪੱਟੀ ਜੀ ਬੈਠੇ ਸੀ, ਉਦੋਂ ਵੀ ਮੇਰਾ ਸਵਾਲ ਉਹਨਾਂ ਨੂੰ ਵੀ ਉਹੀ ਸੀ, ਮੈਂ ਤੁਹਾਨੂੰ ਵੀ ਅੱਜ ਉਹੀ ਸਵਾਲ ਪੁੱਛਦਾ ਕਿਉਂਕਿ ਸਿੱਖ ਸਕਾਲਰ ਹੋ ਤੁਸੀਂ, ਚੰਗਾ ਜਾਣਦੇ ਹੋ ਕਿ ਇੱਕ ਪਾਸੇ ਉਹ ਜਥੇਦਾਰ ਸੀਗੇ ਅਕਾਲੀ ਫੂਲਾ ਸਿੰਘ ਜੀ ਤੇ ਅੱਜ ਵਾਲੇ ਜਿਹੜੇ ਜਥੇਦਾਰ ਨੇ, ਇੰਨਾ ਫਰਕ ਕਿਉਂ? ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਬਿਆਨਬਾਜ਼ੀ ਜਿਹੜਾ ਕੱਦ ਉਹ ਸੀ ਤੇ ਅੱਜ ਉਹ ਚੀਜ਼ਾਂ ਨਹੀਂ ਦਿਖਦੀਆਂ। ਉਹਦਾ ਫਰਕ ਹੈ ਜੀ, ਇੱਕ ਸਾਨੂੰ ਇੱਥੇ ਸਮਝਣਾ ਪਏਗਾ ਸੁਰਿੰਦਰ ਸਿੰਘ ਜੀ ਕਿ ਜਿਹੜਾ ਜਥੇਦਾਰ ਅਕਾਲੀ ਫੂਲਾ ਸਿੰਘ ਸੀ, ਉਹ ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਨਹੀਂ ਸੀ। ਉਹ ਜਥੇਦਾਰ ਇੱਕ ਮਿਸਲ ਦੇ ਸੀ, ਮਿਸਲ ਕੋਲ ਪਾਵਰ ਸੀ, ਉਹ ਬਾਕੀ ਮਿਸਲਾਂ ਦੇ ਮੁਕਾਬਲੇ ਫੌਜੀ ਸ਼ਕਤੀ ਸੀ ਉਹਨਾਂ ਕੋਲ। ਉਹ ਠੀਕ ਹੈ, ਉਹ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਲਈ ਜਾਂ ਆਪਣੇ ਰਾਜ ਵਧਾਉਣ ਲਈ ਲੜਦੇ ਨਹੀਂ ਸੀ, ਉਹ ਪੰਥ ਵਾਸਤੇ ਲੜਦੇ ਸੀ, ਧਰਮ ਵਾਸਤੇ ਲੜਦੇ ਸੀ। ਇਸ ਕਰਕੇ ਉਹਨਾਂ ਦੇ ਕੋਲ ਇਹ ਜਿਹੜਾ ਬਲ ਜ਼ਿਆਦਾ ਸੀਗਾ, ਉਹਨਾਂ ਦੀ ਗੱਲ ਮੰਨੀ ਜਾਂਦੀ ਸੀ। ਜਦੋਂ ਸਰਬੱਤ ਖਾਲਸਾ ਹੁੰਦਾ ਸੀਗਾ ਉਸ ਦਿਨ ਦੇ ਉਹਨਾਂ ਨੂੰ ਸਿਰਫ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਜਿਹੜੇ ਫੈਸਲੇ ਪੰਥ ਨੇ ਕੀਤੇ ਹੁੰਦੇ ਸੀ ਗੁਰਮਤੇ, ਉਹਨਾਂ ਨੂੰ ਅਨਾਉਂਸ ਕਰਨ ਦਾ ਉਹਨਾਂ ਕੋਲ ਅਧਿਕਾਰ ਹੁੰਦਾ ਸੀ। ਉਹ ਆਪਣੇ ਆਪ ਤੇ ਕੋਈ ਫੈਸਲੇ ਨਹੀਂ ਸੀ ਕਰਦੇ, ਫੈਸਲੇ ਪੰਥ ਕਰਦਾ ਸੀ। ਉਹ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੇ ਸੀਗੇ। ਉਹਨਾਂ ਦੇ ਪਿੱਛੇ ਪਾਵਰ, ਉਹ ਇੱਕ ਜਿਹੜੀ ਫੌਜ ਸੀਗੀ ਉਹਦੀ ਪਾਵਰ ਸੀ। ਅੱਜ ਜਥੇਦਾਰ ਤੇ ਹੈਗੇ ਆ ਪਰ ਜਥਾ ਹੈ ਨਹੀਂ। ਜੇ ਜਥਾ ਨਾ ਹੋਵੇ ਤਾਂ ਜਥੇਦਾਰ ਦਾ ਕੀ ਅਰਥ ਹੈਗਾ ਆ? ਹੁਣ ਸ਼੍ਰੋਮਣੀ ਕਮੇਟੀ ਦੇ ਐਕਚੁਅਲੀ ਉਹ ਮੁਲਾਜ਼ਮ ਨੇ, ਅਸਲੀ ਅਰਥਾਂ ਵਿੱਚ ਉਹ ਮੁਲਾਜ਼ਮ ਨੇ, ਕਿਉਂਕਿ ਜਥਾ ਸ਼੍ਰੋਮਣੀ ਕਮੇਟੀ ਦਾ ਹੈ, ਲੇਕਿਨ ਸ਼੍ਰੋਮਣੀ ਕਮੇਟੀ ਦਾ ਜਥਾ ਜਥੇਦਾਰ ਦੇ ਅਧੀਨ ਨਹੀਂ, ਉਹ ਅਧੀਨ ਹੈ ਪ੍ਰਧਾਨ ਅਕਾਲੀ ਦਲ ਦੇ ਅਧੀਨ, ਉਹ ਅਧੀਨ ਹੈ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਅਧੀਨ। ਇਸ ਕਰਕੇ ਜਥੇਦਾਰ, ਜਦੋਂ ਅਸੀਂ ਇੱਕ ਉਹ ਗੁਰਦੁਆਰੇ ਦਾ ਉਹਨਾਂ ਨੂੰ ਜਥੇਦਾਰ ਬਣਾ ਕੇ ਉਸ ਤਰ੍ਹਾਂ ਟਰੀਟ ਕਰਦੇ ਹਾਂ, ਇੱਥੇ ਸਮਝਣ ਵਾਲੀ ਲੋੜ ਹੈ ਕਿ ਅਕਾਲ ਤਖਤ ਗੁਰਦੁਆਰਾ ਨਹੀਂ ਹੈ। ਅਕਾਲ ਤਖਤ ਇੱਕ ਉਹ ਸੰਸਥਾ ਹੈ ਜਿਹਦਾ ਸੰਸਾਰ ਭਰ 'ਚ ਰਹਿੰਦੇ ਸਿੱਖਾਂ ਦੇ ਉੱਤੇ ਅਸਰ ਪੈਂਦਾ। ਉਹਦੀ ਉੱਥੇ ਜਿਹੜੇ ਉਹ ਕਰਦੇ ਹੈਗੇ ਹੁਕਮ ਹੈ, ਉਹਨਾਂ ਦੀ ਪਾਲਣਾ ਕਰਨੀ ਹੁੰਦੀ ਹੈ। ਇਸ ਕਰਕੇ ਇਸੇ ਤੇ ਆ ਰਿਹਾ ਡਾਕਟਰ ਸਾਹਿਬ, ਇਹੀ ਮੈਂ ਪੁੱਛਣਾ ਚਾਹ ਰਿਹਾ ਵੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਫਰਮਾਨ ਜੇ ਕਹਿ ਦਿੱਤੇ ਗਏ ਤਾਂ ਇਹਦਾ ਮਤਲਬ ਇਹ ਮੰਨ ਕੇ ਨਾ ਚੱਲੀਏ ਕਿ ਹਰੇਕ ਸਿੱਖ ਦੁਨੀਆ ਭਰ ਦੇ ਵਿੱਚ, ਇਹ ਇਕੱਲੇ ਪੰਜਾਬ 'ਚ ਨਹੀਂ, ਦੁਨੀਆ ਭਰ 'ਚ ਜਿਹੜਾ ਵੀ ਸਿੱਖ ਹੈ ਉਸ ਨੂੰ ਉਹ ਹੁਕਮ ਦੀ ਤਾਮੀਲ ਕਰਨੀ ਚਾਹੀਦੀ ਹੈ, ਉਸ ਹੁਕਮ ਨੂੰ ਮੰਨਣਾ ਚਾਹੀਦਾ। ਇਹ ਮੰਨਿਆ ਨਾ ਆਪਾਂ, ਪਰ ਉਹ ਚੀਜ਼ਾਂ ਹੋ ਕਿਉਂ ਨਹੀਂ ਰਹੀਆਂ? ਉਹਦਾ ਅਸਰ ਕਿੱਥੇ ਖਤਮ ਹੋ ਗਿਆ? ਉਹ ਅਸਰ ਕਿਉਂ ਨਹੀਂ? ਬਿਲਕੁਲ ਉਹ ਇਸ ਤਰ੍ਹਾਂ ਨਹੀਂ ਅਸਰ ਜੀ। ਜਦੋਂ ਤੁਸੀਂ ਪੰਥ ਨੂੰ ਵੇਖੋ, ਜਿਹੜੇ ਫੈਸਲੇ ਸਾਰੀ ਦੁਨੀਆ ਦੇ ਸਿੱਖਾਂ ਤੇ ਲਾਗੂ ਕਰਨਾ ਚਾਹੁੰਦੇ ਹੋ, ਤੇ ਉਹ ਫੈਸਲੇ ਕਰਨ ਦੀ ਜਿਹੜੀ ਸ਼ਕਤੀ ਹੈ ਉਹਨੂੰ ਕੇਂਦਰਿਤ ਕੀਤਾ ਹੋਇਆ ਇੱਕ ਥਾਂ ਤੇ। ਉਹ ਇੱਕ ਥਾਂ ਤੇ ਵੀ ਅੱਗੇ ਇੱਕ ਪਰਿਵਾਰ ਤੱਕ ਚਲੀ ਜਾਂਦੀ ਹੈ, ਪਰਿਵਾਰ ਤੋਂ ਇੱਕ ਵਿਅਕਤੀ ਤੇ ਚਲੀ ਜਾਂਦੀ ਹੈ। ਇਹ ਜੇਕਰ ਫੈਸਲਾ ਇਹ ਹੋਣ, ਸ਼੍ਰੋਮਣੀ ਕਮੇਟੀ ਜਦੋਂ ਬਣੀ ਹੈ ਉਸ ਵਕਤ ਕੀ ਸੀ ਕਿ ਪੰਥ ਨਾਲ ਸੰਬੰਧਿਤ ਫੈਸਲੇ ਹੁੰਦੇ ਸੀ, ਜਥੇਦਾਰਾਂ ਦੀ ਨਿਯੁਕਤੀ ਜਾਂ ਵੱਡੀਆਂ, ਤਾਂ ਉਹਦੇ ਵਾਸਤੇ ਸਾਰੇ ਪੰਥ ਨੂੰ ਕਾਲ ਦਿੰਦੀ ਸੀਗੀ ਕਿ ਉਹ ਸਾਰੇ ਪੰਥ ਨੂੰ ਲੱਗਦਾ ਸੀ ਸਾਡੀ ਰਾਏ ਲਈ ਗਈ ਹੈ। ਰਾਏ ਮੰਨੀ ਜਾਂ ਨਾ ਮੰਨੀ, ਅੰਤਮ ਫੈਸਲਾ ਤਾਂ ਸ਼੍ਰੋਮਣੀ ਕਮੇਟੀ ਹੀ ਲੈਂਦੀ ਸੀ ਉਦੋਂ ਵੀ, ਲੇਕਿਨ ਉਹ ਪੰਥ ਦਾ ਸਤਿਕਾਰ ਜੋ ਉਹਨਾਂ ਦੇ ਜਿਹੜਾ ਪੈਨਲ ਦੇ ਨਾਂ ਲੈ ਜਾਂਦੇ ਸੀ, ਉਹਨਾਂ ਦੇ ਵਿੱਚੋਂ ਹੀ ਕੋਈ ਸਿਲੈਕਟ ਕਰ ਹੋਏ ਹੁੰਦਾ ਸੀਗਾ ਜਾਂ ਉਹਨਾਂ ਦੇ ਫੈਸਲੇ 'ਚ ਉਹ ਮੰਨੇ ਜਾਂਦੇ ਸੀਗੇ। ਲੇਕਿਨ ਹੁਣ ਕੀ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਬਾਹਰੋਂ ਜਿਹੜੀਆਂ ਸਿੱਖ ਸੰਸਥਾਵਾਂ ਨੇ, ਸਿੱਖਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਤੋਂ ਰਾਏ ਲੈਣੀ ਬੰਦ ਕਰ ਦਿੱਤੀ ਹੈ ਤੇ ਇੱਕ ਪਰਿਵਾਰ ਵੱਲ ਦੇਖਿਆ ਜਾਂਦਾ। ਪਿਛਲੇ ਦਿਨਾਂ ਦੇਖਿਆ ਜਦੋਂ ਨਿਰੰਕਾਰੀ ਦੇ ਆਪਣੇ ਇਹਨਾਂ ਸਰਸੇ ਵਾਲੇ ਜਿਹੜਾ ਹੈਗਾ ਬਾਬਾ ਰਾਮ ਰਹੀਮ ਦਾ ਫੈਸਲਾ ਸੀ, ਤਾਂ ਇੱਕ ਮੁੱਖ ਮੰਤਰੀ ਨੇ ਆਪਣੇ ਇੱਕ ਦਫ਼ਤਰ ਤੋਂ ਬੁਲਾ ਕੇ ਉਹ ਇਹ ਲਾਗੂ ਕਰਵਾਤਾ
ਜਾਂ ਉੱਥੇ ਬੁਲਾ ਕੇ ਜਥੇਦਾਰਾਂ ਨੂੰ, ਤਾਂ ਉਹਦਾ ਮੈਸੇਜ ਸਾਰੇ ਪੰਥ ਨੇ ਨਹੀਂ ਮੰਨਿਆ। ਉਹ ਲਾਸਟ ਫਿਰ ਵਾਪਸ ਲੈਣਾ ਪਿਆ ਜਿਹੜਾ ਹੈਗਾ। ਸੋ ਇਹ ਜਦੋਂ ਤੱਕ ਉਹਨੂੰ ਪੰਥ ਰਵਾਇਤਾਂ ਮੁਤਾਬਕ, ਪੰਥ ਦੀ ਮਰਿਆਦਾ ਮੁਤਾਬਕ ਨਹੀਂ, ਅੱਜ ਦੇ ਯੁੱਗ ਵਿੱਚ ਅਸੀਂ ਇੰਡੀਆ ਦੀ ਜਿਹੜਾ ਲੋਕਤੰਤਰ ਹੈ ਉਹਦੇ ਤੇ ਬੜੇ ਸਵਾਲ ਖੜੇ ਕਰਦੇ ਆ, ਪਰੰਤੂ ਉਹਦੇ ਤੋਂ ਚੰਗੀਆਂ ਚੀਜ਼ਾਂ ਕੁਝ ਜਿਹੜੀਆਂ ਸਿੱਖਣੀਆਂ ਚਾਹੀਦੀਆਂ ਉਹ ਨਹੀਂ ਸਿੱਖਦੇ। ਉਹਨਾਂ ਕਦੀ ਸੁਣਿਆ, ਵੇਖੋ ਭਾਰਤ ਦੀ ਸਰਕਾਰ ਮੋਦੀ ਦੀ ਹੋਵੇ, ਕਿਸੇ ਹੋਰ ਪਾਰਟੀ ਦੀ ਹੋਵੇ, ਉਹ ਸੁਪਰੀਮ ਕੋਰਟ ਦਾ ਜਥੇਦਾਰ ਆਪਣਾ ਸੁਪਰੀਮ ਕੋਰਟ ਦਾ ਜੱਜ ਲਾਉਂਦੀ ਹੈ। ਲਾਉਣ ਦਾ ਅਧਿਕਾਰ ਹੈ, ਉਹਨੂੰ ਹਟਾਉਣ ਦਾ ਅਧਿਕਾਰ ਨਹੀਂ ਹੈਗਾ। ਹਟਾਉਣਾ ਫਿਰ ਪਾਰਲੀਮੈਂਟ 'ਚ ਇੱਕ ਪ੍ਰੋਸੀਜਰ ਹੈ। ਇੱਥੇ ਜਥੇਦਾਰ ਲਾਉਣ ਦਾ ਤੇ ਲਾਉਣ ਦਾ ਅਧਿਕਾਰ ਇੱਕ ਵਿਅਕਤੀ ਕੋਲੇ ਆ। ਉਹ ਰਾਤ ਨੂੰ ਐਲਾਨ ਕਰਦਾ ਵੀ ਬਦਲ ਦੋ ਤਾਂ ਬਦਲਿਆ ਜਾਂਦਾ ਆ। ਉਹ ਕੋਈ ਹੁਣ 3-4 ਸਾਲਾਂ ਤੋਂ ਜਥੇਦਾਰ ਸਾਹਿਬ ਨੇ ਜਿਹੜੇ ਉਹ ਕਾਰਜਕਾਰੀ ਚੱਲ ਰਹੇ ਆ। ਕਾਰਜਕਾਰੀ ਜਥੇਦਾਰ ਦਾ ਨਾ ਕੋਈ ਮਰਿਆਦਾ ਚਾਹੇ ਨਾ ਗੁਰਦੁਆਰਾ ਐਕਟ ਚਾਹੇ ਕਿਤੇ ਕੋਈ ਨਹੀਂ ਹੈਗਾ। ਤਾਂ ਜਦੋਂ ਤੁਸੀਂ ਆਪਣੀਆਂ ਮਨਮਰਜ਼ੀਆਂ ਕਰਦੇ ਹੋ ਤੇ ਉਹ ਸਿਰਫ ਆਪਣੇ ਹੁਕਮ ਮਨਾਉਣ ਵਾਸਤੇ ਸਾਰਾ ਕੁਝ ਲਾਗੂ ਕਰਦੇ ਹੋ, ਤੇ ਉਹਦਾ ਅਸਰ ਜਿਹੜਾ ਆ ਉਹ ਪੰਥ ਤੇ ਕਿਵੇਂ ਹੋਏਗਾ। ਪੰਥ ਤੇ ਜੇ ਕਰਨਾ ਤੇ ਸਾਰੇ ਸਿੱਖਾਂ ਦੀ ਸੰਸਾਰ ਭਰ ਤੇ ਅੱਜ ਕੱਲ ਸੁਰਿੰਦਰ ਸਿੰਘ ਜੀ ਬੜਾ ਸੌਖਾ ਆ, ਡਿਜੀਟਲ ਯੁੱਗ ਹੈ। ਤੁਸੀਂ ਸਾਰੇ ਸਿੱਖ ਸੰਸਾਰ ਭਰ ਦੇ ਵਾਸਤੇ ਇੱਕ ਪੋਰਟਲ ਖੋਲ ਸਕਦੇ ਹੋ। ਉੱਥੇ ਲੋਕ ਆਪਣੇ ਜਿਹੜੇ ਆ ਸੁਝਾਅ ਭੇਜ ਸਕਦੇ ਆ, ਤੁਸੀਂ ਉਹਦਾ ਰਿਕਾਰਡ ਰੱਖ ਸਕਦੇ ਹੋ ਤੇ ਉਹ ਤੁਹਾਡੇ ਫਾਇਦੇ 'ਚ ਹੋ ਸਕਦਾ ਆ। ਤੇ ਇਹ ਕਦੀ ਵੀ ਨਹੀਂ ਦੁਨੀਆ ਤੇ ਹੋਏਗਾ ਕਿ ਜਥੇਦਾਰ ਦਾ ਉਹ ਫੈਸਲਾ ਲਾਗੂ ਹੋਵੇ ਸਾਰੀ ਦੁਨੀਆ ਤੇ, ਜਿਹਨੂੰ ਲਾਗੂ ਕਰਨ ਦੀ ਸਲਾਹ ਪੰਥ ਦੀ ਨਾ ਲਈ ਜਾਵੇ, ਦੁਨੀਆ ਭਰ ਦੇ ਸਿੱਖਾਂ ਦੇ ਕੋਈ ਜਿਹੜੇ ਸੁਝਾਅ ਨਾ ਮੰਗੇ ਜਾਣ, ਫਿਰ ਉਹ ਉਸ ਫੈਸਲੇ ਦੀ ਕੋਈ ਸਾਰਥਕਤਾ ਨਹੀਂ, ਉਹ ਲਾਗੂ ਨਹੀਂ ਹੋ ਸਕਦਾ। ਉਹ ਲਾਗੂ ਕਰਾਉਣ ਵਾਸਤੇ ਤੁਹਾਨੂੰ ਜਿਹੜਾ ਹੈ ਕੋਈ ਮਰਿਆਦਾ ਅਪਣਾਉਣੀ ਪਏਗੀ, ਤੁਹਾਨੂੰ ਸਿਸਟਮ ਡਿਵੈਲਪ ਕਰਨਾ ਪਏਗਾ। ਕਦੋਂ ਹੋਏਗਾ ਜਿਹੜੀ ਮਰਿਆਦਾ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਸਿਸਟਮ ਦੀ ਤੁਸੀਂ ਗੱਲ ਕਰ ਰਹੇ ਹੋ, ਕਿਵੇਂ ਹੋਊਗਾ? ਕਿਵੇਂ ਹੋਊਗਾ? ਕਿਉਂਕਿ ਜੇ ਪਿਛਲੇ ਇਹ ਮੰਨਦੇ ਹੋ ਕਿ ਪਿਛਲੇ 3 ਦਹਾਕਿਆਂ ਤੋਂ 4 ਦਹਾਕਿਆਂ ਤੋਂ ਅਕਾਲ ਤਖਤ ਸਾਹਿਬ ਦੀ ਜਿਹੜਾ ਰੋਬ ਹੋਣਾ ਚਾਹੀਦਾ ਸੀ, ਜਿਹੜੀ ਪਕੜ ਹੋਣੀ ਚਾਹੀਦੀ ਸੀ, ਉਹਦੇ ਵਿੱਚ ਹੌਲੀ ਹੌਲੀ ਘਾਟਾ ਹੀ ਹੋ ਰਿਹਾ। ਕੀ ਤੁਹਾਨੂੰ ਲੱਗਦਾ ਨਹੀਂ ਇਹ ਬਦਲਾਵ ਕਦੋਂ ਆਏਗਾ? ਕਿਉਂਕਿ ਮੈਂ ਅੱਜ 2023 ਵਾਸਤੇ ਨਹੀਂ ਮੈਂ ਚਿੰਤਤ, ਮੈਂ ਸੋਚ ਰਿਹਾ ਕਿ ਮੇਰੀ ਆਉਣ ਵਾਲੀ ਪੀੜ੍ਹੀ ਅੱਜ ਤੋਂ 40 ਸਾਲ ਬਾਅਦ, 50 ਸਾਲ ਬਾਅਦ ਇਹ ਅਕਾਲ ਤਖਤ ਸਾਹਿਬ ਦਾ ਜਿੱਥੇ ਕਿ ਵਜੂਦ ਹੋਰ ਵੱਡਾ ਹੋਣਾ ਚਾਹੀਦਾ ਸੀ, ਹੋਰ ਪਕੜ ਹੋਣੀ ਚਾਹੀਦੀ ਸੀ ਸਾਰੇ ਸਿੱਖਾਂ ਨੂੰ। ਇੱਥੇ ਵਾਕਈ ਜਿਹੜਾ ਇੱਥੋਂ ਹੁਕਮ ਜਿਹੜਾ ਜਾਰੀ ਹੋ ਜੇ ਸਾਰਿਆਂ ਨੂੰ ਮੰਨਣਾ ਚਾਹੀਦਾ। ਦੀ ਏਕਾ ਤਾਂ ਉਵੇਂ ਹੀ ਪਤਾ ਲੱਗੇਗਾ ਨਾ ਜੇ ਇਸ ਦੀ ਉਸ ਤਰੀਕੇ ਨਾਲ ਆਪਾਂ ਪਾਲਣਾ ਕਰਦੇ। ਪਰ ਜੇ ਅੱਜ 2023 ਹੈ, ਜਿਸ ਤਰੀਕੇ ਨਾਲ ਹਾਲਾਤ ਚੱਲ ਰਹੇ ਨੇ ਕਿ ਡਾਕਟਰ ਸਾਹਿਬ ਜੇ 2053 ਜਾਂ 2063 ਦੀ ਗੱਲ ਕਰੋ, ਕੀ ਹੋਏਗਾ ਉਦੋਂ ਜੇ ਹਾਲਾਤ ਵੀ ਅੱਜ? ਸੁਰਿੰਦਰ ਸਿੰਘ ਜਿਹੜੀ ਤੁਸੀਂ ਗੱਲ ਕੀਤੀ ਹੈ ਬਦਲਾਅ ਕਿਵੇਂ ਹੋਏਗਾ, ਕਿਵੇਂ ਹੋ ਸਕਦਾ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਪੰਥ ਦੀ ਪਾਰਲੀਮੈਂਟ ਦਾ ਉਹ ਆਪਣੇ ਆਪ ਨੂੰ ਖਿਤਾਬ ਦਿੰਦੀ ਹੈ ਕਿ ਉਹ ਪੰਥ ਦੀ ਪਾਰਲੀਮੈਂਟ ਹੈ, ਨਾ ਤਾਂ ਬਿਹੇਵੀਅਰ ਉਹਦਾ ਪਾਰਲੀਮੈਂਟ ਵਰਗਾ ਆ। ਉਹ ਤਾਂ ਇੱਥੋਂ ਤੱਕ ਹੱਥ ਖੜੇ ਕਰ ਗਈ ਹੈ ਕਿ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਚੈਨਲ ਨਹੀਂ ਚਲਾ ਸਕਦੇ, ਸਾਡੇ ਵੱਸ ਦੀ ਗੱਲ ਨਹੀਂ ਹੈਗੀ। ਜਿਹੜੀ ਸੰਸਥਾ ਇੱਕ ਚੈਨਲ ਅੱਜ ਦੇ ਯੁੱਗ ਵਿੱਚ, ਜਦੋਂ ਇੱਕ ਘਰਾਣੇ, ਕਾਰਪੋਰੇਟ ਘਰਾਣੇ, ਛੋਟੇ ਛੋਟੇ ਡੇਰੇ ਚੈਨਲ ਚਲਾ ਰਹੇ ਆ ਆਪਣੇ ਟੀਵੀ ਚੈਨਲ, ਸ਼੍ਰੋਮਣੀ ਕਮੇਟੀ ਐਡਾ ਵੱਡਾ ਅਦਾਰਾ ਆਪਣਾ ਜਿਹੜਾ ਚੈਨਲ ਚਲਾਉਣ ਤੋਂ ਹੱਥ ਖੜੇ ਕਰ ਰਿਹਾ ਹੋਵੇ, ਉਸ ਵਕਤ ਇੱਕੋ ਇੱਕ ਸਾਡੇ ਕੋਲ ਰਹਿ ਜਾਂਦਾ। ਕਿਉਂਕਿ ਇਹ ਬੜਾ ਕਿਹਾ ਜਾਂਦਾ ਸੁਰਿੰਦਰ ਸਿੰਘ ਜੀ ਵੀ ਇਹਦੀਆਂ ਬੜੀਆਂ ਕੁਰਬਾਨੀਆਂ ਦੇ ਕੇ ਬਣੀ ਹੈ, ਪਰ ਇਹ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਸਿੱਖਾਂ ਦੀਆਂ ਸਮਾਜਿਕ ਤੇ ਧਾਰਮਿਕ ਜ਼ਰੂਰਤਾਂ ਤੋਂ ਸ਼੍ਰੋਮਣੀ ਕਮੇਟੀ ਬਣੀ ਹੈ। ਕੋਈ ਵੀ ਸੰਸਥਾ ਜਦੋਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਬੰਦ ਕਰ ਦੇਵੇਗੀ ਤਾਂ ਉਸ ਵਕਤ ਉਹਦੀ ਜਿਹੜੀ ਅਹਿਮੀਅਤ ਘਟਦੀ ਜਾਏਗੀ, ਜਿਸ ਤਰ੍ਹਾਂ ਹੁਣ ਘਟਾ ਦਿੱਤੀ ਗਈ ਹੈ। ਤੇ ਅੰਤ ਵਿੱਚ ਗੁਰੂ ਸਾਹਿਬ ਜੀ ਨੇ ਜਿਹੜੀਆਂ ਆਪ ਬਣਾਈਆਂ ਸੀ ਸੰਸਥਾਵਾਂ, ਮਨਜੀਤ ਸਿਸਟਮ, ਸੰਦ ਸਿਸਟਮ, ਸਾਨੂੰ ਪਤਾ ਹੈ ਕਿ ਮੌਕਾ ਪਾ ਕੇ ਜਦੋਂ ਉਹਦੇ 'ਚ ਗਿਰਾਵਟ ਆ ਗਈ ਤਾਂ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਹੁੰਦਿਆਂ ਹੀ ਬੰਦ ਕਰਨੀਆਂ ਪਈਆਂ, ਉਹ ਸਮੇਟਣੀਆਂ ਪਈਆਂ ਤੇ ਨਵੀਆਂ ਸੰਸਥਾ ਹੋਰ 'ਚ ਲਿਆਂਦੀਆਂ। ਇਸੇ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਸੁਧਾਰ ਦਾ ਇਹੋ ਤਰੀਕਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਨਹੀਂ ਦਰੁਸਤ ਕਰਦੀ, ਆਪਣੇ ਸਵੈ ਪੜਚੋਲ ਨਹੀਂ ਕਰਦੀ, ਤਾਂ ਉਸ ਵਕਤ ਫਿਰ ਇੱਕੋ ਹੀ ਇੱਕ ਰਸਤਾ ਰਹਿ ਜਾਂਦਾ ਹੈ ਕਿ ਸਰਬੱਤ ਖਾਲਸਾ ਜਿਹੜਾ ਆ ਉਹ ਬੁਲਾਇਆ ਜਾਵੇ ਇਸ ਇਸ਼ੂ ਤੇ ਸਾਰੇ ਪੱਧਰ ਤੇ, ਭਾਵੇਂ ਉਹ ਜਿਹੜਾ ਵਰਚੁਅਲ ਹੋਵੇ, ਉਹ ਜ਼ਰੂਰੀ ਨਹੀਂ ਕਿ ਫਿਜ਼ੀਕਲ ਰੂਪ ਵਿੱਚ ਸਾਰਾ ਪੰਥ ਜਿਹੜਾ ਜੁੜੇ, ਉਹਦੇ ਵਾਸਤੇ ਬੈਠ ਕੇ ਪੰਥ ਦੇ ਜਿਹੜੇ ਵਿਦਵਾਨ ਨੇ ਸਿਰ ਜੋੜ ਕੇ ਉਹਨਾਂ ਨੂੰ ਇਹ ਰਸਤੇ ਕੱਢਣੇ ਚਾਹੀਦੇ ਆ ਤੇ ਰੈਲੇਵੈਂਸ ਤਾਂ ਸੰਸਥਾ ਦੀ ਬਣੇਗੀ। ਨਹੀਂ ਤਾਂ ਹੁਣ ਅੱਜ ਦੇ ਯੁੱਗ ਵਿੱਚ ਜਿਸ ਤੇ ਤੁਸੀਂ ਜੀ ਰਹੇ ਹੋ ਇਸ ਤਰ੍ਹਾਂ ਨਹੀਂ ਚੱਲ ਸਕਦਾ ਜਿਹਦੇ ਅਸੀਂ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਰੇ ਜਥੇਦਾਰ ਸਾਹਿਬ ਦਾ ਜ਼ੋਰ, ਸ਼੍ਰੋਮਣੀ ਕਮੇਟੀ ਦਾ ਜ਼ੋਰ, ਅਕਾਲੀ ਦਲ ਦਾ ਜ਼ੋਰ ਇੱਕ ਗੱਲ ਤੇ ਲੱਗਿਆ ਹੋਇਆ ਹੈ ਕਿ ਜਿਹੜਾ ਉਹਨਾਂ ਨੂੰ ਡੈਮੇਜ ਹੋ ਗਿਆ ਪਿਛਲੇ ਦਿਨ 'ਚ, ਉਹ ਜਿਹੜਾ ਚੁਣਾਵੀ ਸੰਕਟ ਹੈ ਉਹਨਾਂ ਦਾ ਉਹ ਹੱਲ ਹੋ ਜਾਏ।
ਉਹ ਉਹਨਾਂ ਚਿਰ ਹੱਲ ਨਹੀਂ ਹੋ ਸਕਦਾ, ਪੰਥ ਵਿੱਚ ਭਰੋਸੇਯੋਗਤਾ ਨਹੀਂ ਹੋ ਸਕਦੀ ਜਿੰਨਾ ਚਿਰ ਤੱਕ ਸਵੇ ਪੜਚੋਲ ਪਿਛਲੀਆਂ ਕੀਤੀਆਂ ਗਲਤੀਆਂ ਦੀ ਨਹੀਂ ਕੀਤੀ ਜਾਂਦੀ। ਉਹਨਾਂ ਦੀ ਜਿਹੜੀ ਹੈਗੇ ਸਵੇ ਪੜਚੋਲ ਕਰਕੇ ਅੱਗੇ ਰਸਤਾ ਤਲਾਸ਼ਿਆ ਜਾ ਸਕਦਾ। ਉਧਰ ਸ਼੍ਰੋਮਣੀ ਕਮੇਟੀ ਨੂੰ ਸਿਰਫ ਇੱਕ ਫਿਕਰ ਹੈ, ਅਕਾਲੀ ਦਲ ਨੂੰ ਇੱਕੋ ਹੀ ਫਿਕਰ ਹੈ ਕਿ ਉਹ ਚੋਣਾਂ ਦੇ ਵਿੱਚ ਹਾਰ ਰਿਹਾ, ਉਹਨਾਂ ਨੂੰ ਚੋਣਾਂ 'ਚ ਕਿਉਂ ਨਹੀਂ। ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਕਾਲੀ ਦਲ ਬਣਿਆ 1925 ਤੋਂ ਲੈ ਕੇ ਸਰਕਾਰ ਤਾਂ ਉਹਨਾਂ ਦੀ 56 ਤੋਂ ਬਾਅਦ ਬਣਨ ਲੱਗੀ ਹੈ। ਸਰਕਾਰ ਨਹੀਂ ਅਕਾਲੀ ਦਲ ਦੀ ਬਣੀ, ਉਹ ਸੱਤਾ ਨਹੀਂ ਮਿਲੀ ਅਕਾਲੀ ਦਲ ਨੂੰ, ਪਰ ਅਕਾਲੀ ਦਲ ਦਾ ਉਹੀ ਇਤਿਹਾਸ ਹੈ ਫਕਰਯੋਗ ਜਿਹੜਾ ਉਹ ਹੈਗਾ, ਜਿਹਦੇ ਅਸੀਂ ਬਹੁਤ ਜ਼ਿਆਦਾ ਜਿਹੜਾ ਉਹ ਮਾਣ ਕਰਦੇ ਹਾਂ। ਉਹ ਇਤਿਹਾਸ ਉਹ ਹੈ ਜਦੋਂ ਉਹਦੇ ਕੋਲ ਸੱਤਾ ਨਹੀਂ ਸੀਗੀ। ਜਦੋਂ ਦੀ ਅਕਾਲੀ ਦਲ ਨੇ ਸੱਤਾ ਨਾਲ ਸਮਝੌਤੇ ਕਰਨੇ ਸ਼ੁਰੂ ਕੀਤੇ ਆ, ਉਦੋਂ ਅਕਾਲੀ ਦਲ ਦਾ ਇਹ ਹਾਲ ਹੋਇਆ ਆ। ਅਸੀਂ ਸੱਤਾ ਕੱਲੇ ਸੱਤਾ ਹੀ ਅੱਗੇ ਰੱਖਦੀ ਆ, ਸੱਤਾ ਵੀ ਜ਼ਰੂਰੀ ਹੋ ਸਕਦੀ ਹੈ ਪਰ ਸੱਤਾ ਅੰਤਮ ਨਿਸ਼ਾਨਾ ਨਹੀਂ ਹੁੰਦੀ। ਜਥੇਦਾਰ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਗੱਲ ਵੀ ਕਹੀ ਸੀ, ਬੜੀ ਰੈਲੇਵੈਂਟ ਗੱਲ ਸੀਗੀ ਕਿ ਇਹ ਜਿਹੜੀ ਸੱਤਾ ਆ ਅਕਾਲੀ ਦਲ ਨੂੰ ਸੱਤਾ ਦਾ ਜਿਹੜਾ ਲਾਲਚ ਛੱਡ ਕੇ ਜਿਹੜਾ ਹੈ ਐਕਚੁਅਲੀ ਜਿਹੜੀਆਂ ਪੰਥ ਦੀਆਂ ਚੁਣੌਤੀਆਂ ਨੇ ਉਹਨਾਂ ਦੇ ਨਾਲ ਜਿਹੜਾ ਰੂਬਰੂ ਹੋਣਾ ਪਏਗਾ। ਉਹਨਾਂ ਦੇ ਪ੍ਰਤੀ ਬੈਠ ਕੇ ਸਿਰ ਜੋੜ ਕੇ ਪੰਥ ਦੀਆਂ ਦੂਸਰੀਆਂ ਸੰਸਥਾਵਾਂ ਜਿਹੜੀਆਂ ਉਹ ਤੋਂ ਦੂਰ ਚਲੀਆਂ ਗਈਆਂ ਨੇ ਉਹਨਾਂ ਨੂੰ ਨਾਲ ਮਿਲ ਕੇ ਇੱਕ ਵੱਡਾ ਜਿਹੜਾ ਤਾਂ ਹੀ ਉਸ ਸੰਕਟ ਤੋਂ ਨਿਕਲ ਸਕਦੇ, ਉਹਦੇ ਭਰੋਸੇਯੋਗਤਾ ਬਣ ਸਕਦੀ ਆ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੀ। ਨਹੀਂ ਤਾਂ ਕਹਿਣ ਨਾਲ ਨਹੀਂ ਕਿ ਤੁਸੀਂ ਪਾਰਲੀਮੈਂਟ ਕਹੀ ਜਾਓ ਕਿ ਅਸੀਂ ਪੰਥ ਦੀ ਸ਼੍ਰੋਮਣੀ ਵੱਡੀ ਸੰਸਥਾ ਜੀ, ਸਰਮੋਰ ਸੰਸਥਾ, ਕਹਿਣ ਨਾਲ ਸਰਮੋਰ ਨਹੀਂ। ਜਦੋਂ ਤੁਸੀਂ ਕੰਮ ਸਰਮੋਰ ਕਰੋਗੇ, ਤੁਹਾਡੇ ਜਿਹੜੇ ਉੱਤੇ ਵਰਕਿੰਗ ਕਾਰਜਕਾਰਨੀ ਹੋਏਗੀ। ਜਿਹੜੀ ਅੱਜ ਦਾ ਮਸਲਾ ਵੀ ਹੈਗਾ ਰਾਜੋਆਣੇ ਦਾ ਮਸਲਾ ਆ, ਇਹ ਮਸਲਾ ਸਿੱਖ ਬੰਦੀਆਂ ਦਾ ਮਸਲਾ ਆ ਤੇ ਫਿਰ ਦਰਦ ਜਾਇਜ਼ ਹੈ। ਇਹਨਾਂ ਤੋਂ ਬਾਅਦ ਤੇ ਬੰਦੀ ਬਣਾਏ ਇਹਨਾਂ ਦੀ ਸਰਕਾਰ ਦੇ ਹੋਏ ਨੇ। ਤੇ ਜਦੋਂ ਤੁਸੀਂ ਆਪਣੀ ਸਰਕਾਰ ਵਿੱਚ ਜਿਹੜਾ ਆ ਤੁਸੀਂ ਗਿਣ ਕੇ ਸਮੇਤ ਸੈਣੀ ਵਰਗੇ ਬੰਦੇ ਅਫਸਰ ਲਾਏ ਆ ਤੇ ਹੁਣ ਤੁਸੀਂ ਉਸ ਪ੍ਰਤੀ ਜੋ ਮਰਜ਼ੀ ਕਹੀ ਜਾਓ, ਉਹ ਲੋਕ ਜਿਹੜੇ ਅੱਜ ਦੇ ਦੌਰ 'ਚ ਹੈ ਹੁਣ ਉਹ ਜ਼ਮਾਨਾ ਨਹੀਂ ਜੋ ਤੁਸੀਂ ਭੁੱਲ ਜਾਓਗੇ ਜਾਂ ਲੋਕ ਭੁੱਲ ਜਾਣਗੇ। ਲੋਕਾਂ ਨੂੰ ਸਾਰਾ ਪਤਾ ਆ। ਹੁਣ ਤੁਹਾਨੂੰ ਸਾਰਥਕ ਧਰਤੀ ਤੇ ਗਰਾਊਂਡ ਤੇ ਕੰਮ ਕਰਨਾ ਪੈਂਦਾ। ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਇੱਕ NGO ਵਾਂਗੂ ਕੰਮ ਕਰ ਰਿਹਾ ਆ। ਉਹ ਚਿੱਠੀਆਂ ਲਿਖਦਾ ਆ ਦਫ਼ਤਰਾਂ ਨੂੰ, ਉਹ ਕਰ ਚਿੱਠੀਆਂ ਲਿਖਣਾ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਜਿਹੜੀ ਧਰਤੀ ਤੇ ਕੰਮ ਕਰਦੀਆਂ ਉਹਨਾਂ ਦਾ ਕੰਮ ਨਹੀਂ ਹੁੰਦਾ। ਇਹ ਬਹੁਤ ਸੈਕੰਡਰੀ ਛੋਟੇ ਕੰਮ ਨੇ, ਉਹ ਤਾਂ ਸਾਡੇ ਵਰਗੀਆਂ ਸੰਸਥਾਵਾਂ ਕਰਦੀਆਂ ਜਿਨ੍ਹਾਂ ਦਾ ਲੋਕ ਆਧਾਰ ਵੱਡਾ ਨਹੀਂ ਹੁੰਦਾ। ਜਿਹੜੀਆਂ ਪਬਲਿਕ ਦੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਉਵੇਂ ਬਿਹੇਵੀਅਰ ਆਪਣਾ ਕਰਨਾ ਚਾਹੀਦਾ, ਬਿਹੇਵ ਕਰਨਾ ਚਾਹੀਦਾ ਜਿਵੇਂ ਉਹਨਾਂ ਤੋਂ ਲੋਕ ਮੰਗ ਕਰਦੇ ਆ। ਪੰਜਾਬ ਦੇ ਵਿੱਚ NSA ਲੱਗ ਰਹੀ ਆ ਤੇ ਅਕਾਲੀ ਦਲ ਜਿਹੜਾ ਆ ਉਹਦੇ ਤੇ ਕੋਈ ਪ੍ਰੋਗਰਾਮ ਨਹੀਂ ਦੇ ਰਿਹਾ। ਕਿੱਥੇ ਅਕਾਲੀ ਦਲ ਦਾ ਪ੍ਰੋਗਰਾਮ, ਕਿੱਥੇ ਸੜਕਾਂ ਤੇ ਰਾਜਨੀਤਿਕ ਪਾਰਟੀਆਂ ਨੇ ਸਿਰਫ ਇੱਕ ਦਿਨ ਨਹੀਂ, ਚੋਣਾਂ ਵਾਲੇ ਦਿਨ ਉੱਥੇ ਚੋਣਾਂ ਭਰ ਦੋ ਤੇ ਲੋਕਾਂ ਨੂੰ ਕਹੋ ਵੋਟਾਂ। ਰਾਜਨੀਤਿਕ ਪਾਰਟੀਆਂ ਨੇ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਜਿਹੜੀ ਸਿਆਸਤ ਕਰਨੀ ਹੁੰਦੀ ਆ, ਉਹ ਅਕਾਲੀ ਦਲ ਜਿਹੜਾ ਮੈਦਾਨ ਛੱਡ ਦਿੱਤਾ ਆ। ਹੁਣ ਜੇ ਤੁਸੀਂ ਉਹ ਮੈਦਾਨ ਛੱਡ ਦੇ ਕਿ ਉਹ ਪਾਰਟੀ ਜਿਹੜੀ ਸੰਘਰਸ਼ ਚੋਂ ਜੰਮੀ ਹੋਵੇ, ਜਿਹੜੀ ਸੰਘਰਸ਼ ਚੋਂ ਨਿਕਲੀ ਹੋਵੇ ਤੇ ਜਿਹੜਾ ਇਤਿਹਾਸ ਸੰਘਰਸ਼ ਨਾਲ ਭਰਿਆ ਪਿਆ ਹੋਵੇ ਤੇ ਉਹ ਲੋਕਾਂ ਦੇ ਮਸਲੇ ਕਿਸ ਤਰ੍ਹਾਂ ਆਪਣੇ ਭਰੋਸੇਯੋਗਤਾ ਨੂੰ ਬਹਾਲ ਕਰੇਗੀ। ਇਸ ਕਰਕੇ ਮੇਰੀ ਇਹ ਅਕਾਲੀ ਦਲ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਖੇਤਰੀ ਪਾਰਟੀ ਦੀ ਬਹੁਤ ਜ਼ਰੂਰਤ ਹੈ। ਸਿੱਖਾਂ ਨੂੰ ਇੱਕ ਜਥੇਬੰਦੀ ਦੀ ਜ਼ਰੂਰਤ ਹੈ। ਉਹ ਜੇ ਤੁਸੀਂ ਨਾ ਉਹਦੇ ਤੇ ਜਿਹੜਾ ਆਪਣਾ ਬਣਦਾ ਜਿਹੜਾ ਰੋਲ ਨਿਭਾਇਆ ਤੇ ਇਹ ਕੋਈ ਗੱਲ ਨਹੀਂ ਕਿ ਤੁਹਾਡੇ ਕੋਲ ਪੰਥ ਕੋਈ ਹੋਰ ਸੰਸਥਾ ਵੀ ਸਪੇਸ ਤੁਹਾਡੀ ਜਿਹੜੀ ਆ ਕੇ ਗ੍ਰਹਿਣ ਕਰ ਸਕਦੀ ਹੈ। ਇਸ ਕਰਕੇ ਜੇ ਤੁਸੀਂ ਆਪਣੇ ਫਰਜ਼ ਤੋਂ ਭਗੌੜੇ ਰਹੇ ਤਾਂ ਫਿਰ ਇਹ ਸਮਾਂ ਦੱਸੇਗਾ ਉਹ ਪੰਥ ਲਈ ਲਾਹੇਬੰਦ ਹੋਏਗੀ ਕਿ ਘਾਟੇਬੰਦ ਹੋਏਗੀ, ਤਾਂ ਉਹਨਾਂ ਦਾ ਭਵਿੱਖ ਦੱਸੇਗਾ ਕੋਈ ਜੋਸ਼ ਸੀ ਸੀ। ਪਰ ਇਹ ਜਿਹੜਾ ਖਲਾਅ ਹੈਗਾ ਆ ਰਾਜਨੀਤਿਕ ਖੇਤਰ ਵਿੱਚ ਬਹੁਤਾ ਚਿਰ ਰਹਿੰਦਾ ਨਹੀਂ, ਕੋਈ ਨਾ ਕੋਈ ਆ ਕੇ ਬੰਦਾ ਭਰ ਦਿੰਦਾ ਆ ਤੇ ਜਦੋਂ ਭਰ ਦਿੰਦਾ ਆ ਫਿਰ ਤੁਹਾਡੇ ਹੱਥੋਂ ਸਾਰਾ ਕੁਝ ਨਿਕਲ ਜਾਣਾ ਆ ਜਿਵੇਂ ਹੁਣ ਕਿ ਨਿਕਲਿਆ ਪਿਆ। ਤੇ ਇਹਦੇ ਵਾਸਤੇ ਹਾਲੇ ਵੀ ਸਮਾਂ ਆ ਕਿ 2024 ਤੱਕ ਤੁਸੀਂ ਜਿਹੜਾ ਆ ਉਹ ਸਵੇ ਪੜਚੋਲ ਕਰਕੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਜਿਹੜੀ ਤੁਹਾਡਾ ਬਣਦੀ ਕਾਰਵਾਈ ਹੈ, ਲੋਕਾਂ ਦੀ ਇੱਛਾ ਹੈਗੀ ਹੈ ਕਿ ਇੱਕ ਪਰਿਵਾਰ ਹੈ ਜਿਹੜੇ ਸਿਆਸਤ ਤੋਂ ਲਾਂਭੇ ਹੋਵੇ ਕਿਉਂਕਿ ਉਹਨੇ 25-30 ਸਾਲ ਲੀਡ ਕੀਤਾ ਆ। ਜੇ ਉਹਦੀ ਲੀਡਰਸ਼ਿਪ ਵਿੱਚ ਕੋਈ ਅਸਫਲਤਾ ਨਹੀਂ, ਉਹਨਾਂ ਨੂੰ ਉਹ ਪਰਾਂ ਹਟਣਾ ਚਾਹੀਦਾ ਆ। ਜੇ ਉਹ ਜਿੱਦ ਕਰਨਗੇ ਤੇ ਉਹਨਾਂ ਦਾ ਹਾਲ ਹੈ ਜਿਹੜਾ ਅਕਾਲੀ ਦਲ ਦਰਸ਼ਨ ਸਿੰਘ ਫੇਰੂਮਾਨ ਇੱਕ ਅਕਾਲੀ ਦਲ ਹੁੰਦਾ ਸੀ, ਤੁਸੀਂ ਇਤਿਹਾਸ ਚ ਸੁਣਿਆ ਹੋਣਾ, ਉਹ ਇਕੱਲੇ ਹੀ ਬੰਦੇ ਸੀਗੇ ਉਹ ਜਿਹੜੇ ਉਹਨੂੰ ਚਲਾਉਂਦੇ ਸੀ। ਫਿਰ ਉਸ ਹਾਲਾਤ ਤੱਕ ਵੀ ਕਈ ਵਾਰੀ ਰਾਜਨੀਤਿਕ ਪਾਰਟੀਆਂ ਪਹੁੰਚ ਜਾਂਦੀਆਂ। ਇਤਿਹਾਸ ਵਿੱਚ ਬਹੁਤ ਸਾਰੀਆਂ ਵੱਡੀਆਂ ਪਾਰਟੀਆਂ ਜਿਨ੍ਹਾਂ ਵੱਡਾ ਇਤਿਹਾਸ ਰਿਹਾ ਪਰ ਲਾਸਟ ਵਿੱਚ ਕਈ ਵਾਰੀ ਉਹ ਫਿਰ ਖਤਮ ਹੋ ਜਾਂਦਾ ਸਾਰਾ। ਡਾਕਟਰ ਸਾਹਿਬ ਉਧਰ ਗਦਰ 2 ਦੀ ਸ਼ੂਟਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਕਿਉਂਕਿ ਗੁਰਦੁਆਰਾ ਸਾਹਿਬ ਇੱਕ ਸ਼ੂਟਿੰਗ ਕੀਤੀ ਜਾਂਦੀ ਹੈ ਤੇ ਉਹ ਫਿਲਮ ਦੀ ਸ਼ੂਟਿੰਗ ਤੇ ਵਿਵਾਦ ਖੜਾ ਹੋਇਆ। ਖੈਰ ਭਾਈ ਗੁਰਚਰਨ ਸਿੰਘ ਗਰੇਵਾਲ SGPC ਮੈਂਬਰ, ਉਹਨਾਂ ਨੇ ਇਤਰਾਜ਼ ਵੀ ਜ਼ਾਹਿਰ ਕੀਤਾ ਹੈ। ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਕੀ ਕੁਝ। ਹਾਂ ਜੀ,
ਉਹ ਜਿਹੜੀ ਗੱਲ ਹੈਗੀ ਆ ਪਹਿਲਾਂ ਆਪਾਂ ਸੁਣ ਲੈਂਦੇ ਆਪਣੇ ਹਾਂ ਡਾਕਟਰ ਸਾਹਿਬ, ਮੈਂ ਤੁਹਾਨੂੰ ਸੁਣਾ ਦਿੰਦਾ ਕਿ ਡਾਕਟਰ ਸਾਹਿਬ ਕੀ ਕਹਿ ਮੇਰਾ ਰਹੇ ਨਾ ਅਗਲੇ ਜੀ। ਹਾਂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਡੀਓ ਦੇਖਣ ਵਿੱਚ ਆ ਰਹੀ ਆ ਜਿਸ ਦੇ ਵਿੱਚ ਜਿਹੜਾ ਹਿੰਦੀ ਫਿਲਮਾਂ ਦਾ ਹੀਰੋ ਸਨੀ ਦਿਓਲ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, ਉਸ ਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਜਿਹਦਾ ਦੱਸਿਆ ਜਾ ਰਿਹਾ ਕਿ ਇਹ ਗਦਰ 2 ਦੀ ਸ਼ੂਟਿੰਗ ਆ। ਤੇ ਉਸ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ ਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਿਹਾ, ਜਿਹੜੀ ਕਿ ਇਤਰਾਜ਼ਯੋਗ ਆ ਗੁਰਦੁਆਰੇ ਦੇ ਅੰਦਰ, ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ। ਤੇ ਉਸ ਦੇ ਨਾਲ ਦੀ ਨਾਲ ਜਿਹੜੇ ਕਿਨਾ ਗੱਤਕਾ ਵਾਲੇ ਜਿਹੜੇ ਸਿੰਘ ਆ ਉਹ ਉੱਥੇ ਉਹਨਾਂ ਦੇ ਆਲੇ ਦੁਆਲੇ ਗੱਤਕਾ ਕਰ ਰਹੇ ਆ। ਸੋ ਇਹ ਉਹਨਾਂ ਦਾ ਡਾਇਰੈਕਟਰ ਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ। ਜਿਸ ਤਰ੍ਹਾਂ ਦੀ ਉਹ ਗੱਲ ਕੀਤੀ, ਠੀਕ ਹੈ, ਗੁਰਦੁਆਰਾ ਸਾਹਿਬ ਨੂੰ ਸਨਮਾਨ ਤੇ ਸਤਿਕਾਰ, ਕੋਈ ਮਰਿਆਦਾ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਪਰ ਇਸ ਗੱਲ ਤੇ ਗੁਰਦੁਆਰੇ ਨੂੰ ਵੀ ਇਤਰਾਜ਼ ਹੈ ਤੇ ਜਿਹੜੇ ਸਿੰਘ ਗੱਤਕਾ ਕਰ ਰਹੇ ਨੇ ਉਹਨਾਂ ਤੇ ਵੀ ਇਸ ਗੱਲ ਦਾ ਇਤਰਾਜ਼ ਆ। ਅਸੀਂ ਇਹ ਚਾਹਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਇਹ ਸਿੱਖ ਕੌਮ ਲਈ ਸ਼ਰਮਨਾਕ ਨੇ। ਤੋਂ ਇਸ ਗੱਲ ਲਈ ਸਨੀ ਦਿਓਲ ਜਿਹੜਾ ਵਾ ਸਿੱਧੇ ਤੌਰ ਤੇ ਜਿਹੜਾ ਕਿ ਦੋਸ਼ੀ ਪਾਇਆ ਜਾਣਾ ਚਾਹੀਦਾ। ਬਿਲਕੁਲ ਤੁਸੀਂ ਦੇਖਿਆ ਕਿ ਕਹਿੰਦੇ ਕਿ ਸਿੱਧੇ ਤੌਰ ਤੇ ਸਨੀ ਦਿਓਲ ਇਸ ਤੇ ਦੋਸ਼ੀ ਪਾਇਆ ਜਾਣਾ ਚਾਹੀਦਾ ਹੈ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ, ਕਿਉਂਕਿ ਜੇ ਸਨੀ ਦਿਓਲ ਦੀ ਗੱਲ ਕਰੀਏ ਪੰਜਾਬੀ ਪਰਿਵਾਰ ਤੋਂ ਹੈ, ਘੱਟ ਤੋਂ ਘੱਟ ਉਹਨੂੰ ਤਾਂ ਇਹ ਸਭ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਸੀ। ਵੇਖੋ ਜੀ, ਜਿਹੜਾ ਇਹ ਗੱਲ ਗੁਰਚਰਨ ਸਿੰਘ ਕਿਸੇ ਹੱਦ ਤੱਕ ਗੱਲ ਠੀਕ ਹੈ, ਲੇਕਿਨ ਇਹਦੇ ਵਾਸਤੇ ਸਮੁੱਚੀ ਪਾਲਿਸੀ ਬਣਾਉਣ ਦੀ ਨੀਤੀ ਬਣਾਉਣ ਦੀ ਲੋੜ ਹੈ, ਕਿਉਂਕਿ ਸਿੱਖ ਪੰਥ ਦੇ ਸਿੱਖ ਸਿਧਾਂਤਾਂ ਦੇ ਮੁਤਾਬਕ ਕਈ ਸੀਨ ਫਿਲਮਾਏ ਜਾ ਸਕਦੇ ਆ, ਕਈ ਨਹੀਂ ਫਿਲਮਾਏ ਜਾ ਸਕਦੇ। ਇਹਦੇ ਵਿੱਚ ਕੀ ਹੁੰਦਾ ਕਿ ਸ਼੍ਰੋਮਣੀ ਕਮੇਟੀ ਇਹ ਆਪਣੀ ਸਹੂਲਤ ਮੁਤਾਬਕ ਜਿਹੜੀ ਉਹ ਜਦੋਂ ਤੋਂ ਇਹਨਾਂ ਨਾਲ ਬਣਦੀ ਆ ਤਾਂ ਉਦੋਂ ਬਾਬਾ ਨਾਨਕ ਹੋਰ ਕਈ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਇਹਨਾਂ ਨੇ ਆਗਿਆ ਦੇ ਦਿੱਤੀ, ਜਿਹਦੇ ਵਿੱਚ ਕਈ ਫਿਲਮਾਂ ਦੇ ਵਿੱਚ ਜਿਹੜੇ ਇਤਰਾਜ਼ ਆ ਜਿਹੜੇ ਉੱਠੇ ਆ। ਤਾਂ ਉਹਦੇ ਵਾਸਤੇ ਜਿਹੜਾ ਗੁਰਮਤ ਅਨੁਸਾਰ ਸਿਧਾਂਤ ਬਣਦਾ ਫਿਲਮਾਂ ਨੂੰ ਬਣਾਉਣ ਦਾ, ਦੇਖੋ ਗੁਰਮਤ ਦੇ ਵਿੱਚ ਫਿਲਮਾਂ ਨੂੰ ਲੈ ਕੇ ਜਾਂ ਤਸਵੀਰਾਂ ਨੂੰ ਲੈ ਕੇ ਕਈ ਸਿਧਾਂਤਕ ਜਿਹੜੇ ਆ ਉਹ ਇਸ਼ੂ ਨੇ, ਜਿਨ੍ਹਾਂ ਨੂੰ ਐਡਰੈਸ ਕਰਨ ਵਾਸਤੇ ਜਿਹੜੇ ਮਾਹਰ ਹੈ ਉਹਨਾਂ ਦੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ। ਉਹ ਸ਼੍ਰੋਮਣੀ ਕਮੇਟੀ ਉਸ ਤਰ੍ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਕਿਉਂਕਿ ਅੱਜ ਇੱਕ ਮਸਲਾ ਉੱਠ ਗਿਆ, ਕੱਲ ਨੂੰ ਹੋਰ ਉੱਠਿਆ। ਇਹ ਤਾਂ ਕੋਈ ਤਰੀਕਾ ਨਹੀਂ ਹੈਗਾ ਜਿਹੜਾ ਤੁਸੀਂ ਵਾਰ-ਵਾਰ ਜਿਹੜਾ ਰਿਐਕਸ਼ਨ ਕਰਾਂਗੇ, ਕੋਈ ਨਾ ਕੋਈ ਕੱਲ ਨੂੰ ਹੋਰ ਖਬਰ ਆ ਜਾਏਗੀ। ਇਸ ਵਾਸਤੇ ਮੈਨੂੰ ਲੱਗਦਾ ਕਿ ਸਮੁੱਚੇ ਤੌਰ ਤੇ ਕੋਈ ਸ਼੍ਰੋਮਣੀ ਕਮੇਟੀ ਨੂੰ ਜਾਂ ਅਕਾਲ ਤਖਤ ਨੂੰ ਇਹਦੇ ਤੇ ਕੋਈ ਇੱਕ ਪੈਨਲ ਬਣਾਉਣਾ ਚਾਹੀਦਾ, ਜਿਹੜਾ ਇਹ ਪਹਿਲਾਂ ਨੀਤੀ ਬਣਾਵੇ ਕਿ ਕਿਹੜੇ ਸੀਨ ਨੇ ਜਿਹੜੇ ਫਿਲਮਾਏ ਜਾ ਸਕਦੇ ਨੇ। ਜਿਸ ਤਰ੍ਹਾਂ ਸਾਡਾ ਜਿਹੜਾ ਸਿੱਖ ਧਰਮ ਦਾ ਸਿਧਾਂਤ ਹੈ, ਉਸ ਮੁਤਾਬਕ ਤੁਸੀਂ ਫਿਲਮਾਂ ਦੇ ਵਿੱਚ ਆਨੰਦ ਕਾਰਜ ਦੇ ਸੀਨ ਨਹੀਂ ਦਿਖਾ ਸਕਦੇ, ਝੂਠੀਆਂ ਅਰਦਾਸਾਂ ਨਹੀਂ ਦਿਖਾ ਸਕਦੇ। ਇਹ ਸਹੀ ਇਸ਼ੂ ਨੇ, ਤੇ ਇਹਨਾਂ ਇਸ਼ੂ ਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਹੈਗਾ, ਕਿਸ ਤਰ੍ਹਾਂ ਫਿਲਮਾਉਣਾ, ਉਹਦੇ ਵਾਸਤੇ ਕੋਈ ਜਿਹੜਾ ਆ ਸ਼੍ਰੋਮਣੀ ਕਮੇਟੀ ਨੂੰ ਕੋਈ ਵਿਧਾਨ ਤਿਆਰ ਕਰਨਾ ਚਾਹੀਦਾ, ਨੀਤੀ ਤਿਆਰ ਕਰਨੀ ਚਾਹੀਦੀ ਹੈ, ਫਿਰ ਉਹਦੇ 'ਤੇ ਗੱਲ ਹੋ ਸਕਦੀ ਆ। ਨਹੀਂ ਤਾਂ ਇਹ ਇਸ਼ੂ ਅੱਜ ਦਾ ਇੱਕ ਫਿਲਮ ਦਾ ਇਸ਼ੂ ਹੈ, ਕੱਲ ਨੂੰ ਕੋਈ ਹੋਰ ਦਾ ਮਸਲਾ ਉੱਠ ਜਾਏਗਾ। ਤੇ ਜਿਸ ਤਰੀਕੇ ਨਾਲ ਨਜਿੱਠਿਆ ਜਾ ਰਿਹਾ ਆ, ਇਹ ਵੀ ਕੋਈ ਬਹੁਤਾ ਤਰੀਕਾ ਵਧੀਆ ਨਹੀਂ ਹੈਗਾ ਇਹਦੇ ਵਾਸਤੇ, ਕਿਉਂਕਿ ਜਿਹੜੇ ਬੰਦੇ ਤੁਹਾਡੀਆਂ ਫਿਲਮਾਂ ਦੇ ਵਿੱਚ ਹੁਣ ਸਾਡਾ ਕਾਰੋਬਾਰ ਚੱਲ ਰਿਹਾ, ਕਰੋੜਾਂ 'ਚ ਕਾਰੋਬਾਰ ਚੱਲ ਰਿਹਾ, ਫਿਲਮ ਇੰਡਸਟਰੀ ਦਾ ਬੜਾ ਨਾਂ ਆ, ਤੇ ਉਹਦੇ ਵਿੱਚ ਵੀ ਹੁਣ ਕਈ ਸਾਡੇ ਸਾਹਮਣੇ ਨਵੇਂ ਇਸ਼ੂ ਆਉਣਗੇ। ਜੇ ਅਸੀਂ ਉਹਦੇ ਤੇ ਮਤਲਬ ਕੋਈ ਪਾਲਿਸੀ ਨਹੀਂ ਬਣਾਉਂਦੇ ਤੇ ਹਰੇਕ ਬੰਦਾ ਪੈਸੇ ਲਾਉਣ ਤੋਂ, ਇਨਵੈਸਟਮੈਂਟ ਕਰਨ ਤੋਂ ਡਰੇਗਾ, ਤੇ ਉਹਦੇ ਨਾਲ ਸਾਡੀ ਇੰਡਸਟਰੀ ਨੂੰ ਵੀ ਕਈ ਕਿਸਮ ਦਾ ਜਿਹੜੇ ਆ ਸਵਾਲ ਖੜੇ ਹੋਣਗੇ। ਸੋ ਇਹ ਤਾਂ ਹੀ ਹੋ ਸਕਦਾ ਕਿ ਇੱਕ ਪਾਸੇ ਅਸੀਂ ਮਰਿਆਦਾ ਵੀ ਸਾਡੀ ਬਚਦੀ ਰਹੇ, ਦੂਜੇ ਪਾਸੇ ਸਾਡਾ ਜਿਹੜਾ ਆ ਸਾਡਾ ਸਿਧਾਂਤ ਵੀ ਜਿਹੜਾ ਮਰਿਆਦਾ ਆ ਉਹ ਵੀ ਕਾਇਮ ਰਹੇ। ਇਹਨਾਂ ਦੇ ਵਿੱਚੋਂ ਸਾਨੂੰ ਜਿਹੜਾ ਕੋਈ ਜ਼ਰੂਰ ਆਪਣਾ ਜਿਹੜਾ ਆ ਉਹ ਬਣਾਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਧੰਨਵਾਦ। ਕਹਿ ਰਹੇ ਸੀ ਡਾਕਟਰ ਖੁਸ਼ਹਾਲ ਸਿੰਘ, ਕਹਿੰਦੇ ਐਸਜੀਪੀਸੀ ਨੂੰ ਐਕਟਿਵ ਹੋਣਾ ਪਏਗਾ, ਐਸਜੀਪੀਸੀ ਨੂੰ ਪਾਲਿਸੀਜ਼ ਉਸ ਤਰੀਕੇ ਨਾਲ ਬਣਾਉਣੀਆਂ ਪੈਣਗੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਿਲਮ, ਯਾਨੀ ਕਿ ਜੇ ਸਨੀ ਦਿਓਲ ਦੀ ਗੱਲ ਕਰੀਏ ਕਿ ਜੇ ਫਿਲਮਾਂ ਨੂੰ ਜੇ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਉਹ ਪਾਲਿਸੀ ਦੇ ਆਧਾਰ ਤੇ ਸ਼ੂਟਿੰਗ ਗੁਰਦੁਆਰਾ ਸਾਹਿਬ 'ਚ ਕਿਵੇਂ ਕਰਨਾ ਹੈ, ਕਿਹੜੇ ਮੁੱਦਿਆਂ ਤੇ ਉਹ ਕਿਹੜੇ ਚੀਜ਼ਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ 'ਚ ਸ਼ੂਟਿੰਗ ਕਰ ਸਕਦੇ ਨੇ, ਇਹ ਐਸਜੀਪੀਸੀ ਨੂੰ ਇੱਕ ਤਿਆਰ ਕਰਨਾ ਪਏਗਾ, ਖਾਕਾ ਤਿਆਰ ਕਰਨਾ ਪਏਗਾ। ਖੈਰ, ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।